ਹੈਲੋ ਫਰੈਂਡਸ, ਹਾਈ ਫਾਈ ਜੀ ਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਦੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਸਮਾਜਿਕ ਸਿੱਖਿਆ ਦੀ ਬੁੱਕ ਵਿੱਚੋਂ ਹਿਸਟਰੀ ਵਾਲਾ ਪਾਰਟ ਆ ਜਿਹੜਾ ਉਹ ਕਵਰ ਕਰਵਾਉਣ ਜਾ ਰਹੀ ਹਾਂ। ਇੱਥੇ ਮੈਂ ਅੱਜ ਹਿਸਟਰੀ ਦਾ ਜਿਹੜਾ ਫਸਟ ਟੌਪਿਕ ਆ ਉਹਨੂੰ ਡਿਟੇਲ ਵਿੱਚ ਤੁਹਾਨੂੰ ਪੜ੍ਹਾਉਂਗੀ। ਜੇ ਤੁਸੀਂ ਸਾਰੇ ਟੌਪਿਕ ਪਹਿਲਾਂ ਡਿਟੇਲ ਵਿੱਚ ਇੱਕ ਵਾਰ ਪੜ੍ਹੇ ਹੋਣਗੇ ਤਾਂ ਜਿਹੜੀਆਂ ਕੁਐਸਚਨ ਸੀਰੀਜ਼ ਨੇ ਉਹਨਾਂ ਨੂੰ ਯਾਦ ਕਰਨਾ ਤੁਹਾਡੇ ਲਈ ਈਜ਼ੀ ਹੋ ਜਾਊਗਾ। ਜਿਹੜੇ ਇੰਪੋਰਟੈਂਟ ਫੈਕਟ ਨੇ ਉਹ ਆਪਾਂ ਉਹਨਾਂ ਕੁਐਸਚਨ ਸੀਰੀਜ਼ ਰਾਹੀਂ ਪੜ੍ਹਾਂਗੇ ਅਤੇ ਨਾਲ ਹੀ ਨਾਲ ਮੈਂ ਤੁਹਾਨੂੰ ਇਹਦੇ ਵਿੱਚੋਂ ਵੀ ਜਿਹੜੇ ਇੰਪੋਰਟੈਂਟ ਫੈਕਟ ਨੇ ਅੰਡਰਲਾਈਨ ਕਰਾਉਂਗੀ, ਉਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਅਤੇ ਧਿਆਨ ਨਾਲ ਪੜ੍ਹਨਾ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦਾ ਮੇਰਾ ਇੱਥੇ ਪੜ੍ਹਨ ਦਾ ਟੌਪਿਕ ਹੈਗਾ ਪੰਜਾਬ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ। ਪੰਜਾਬ ਅਜੋਕੇ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ। ਹਾਂਜੀ, ਅਜੋਕੇ ਭਾਰਤ ਦਾ ਮਹੱਤਵਪੂਰਨ ਸੂਬਾ ਕਿਹਾ ਗਿਆ ਵਾ ਪੰਜਾਬ ਨੂੰ। ਜਿਸ ਪੰਜਾਬ ਬਾਰੇ ਅਸੀਂ ਅੱਜ ਜਾਣਦੇ ਹਾਂ ਉਸ ਦਾ ਸਰੂਪ ਸਦਾ ਤੋਂ ਹੀ ਅਜਿਹਾ ਨਹੀਂ ਸੀ। ਹੁਣ ਦੇ ਆਪਾਂ ਪੰਜਾਬ ਬਾਰੇ ਜਾਣਦੇ ਹਾਂ ਕਿ ਹੁਣ ਦਾ ਸਾਡਾ ਪੰਜਾਬ ਉਹਦੇ ਵਿੱਚ 22 ਜ਼ਿਲ੍ਹੇ ਆ, ਠੀਕ ਹੈ। ਬਟ ਸ਼ੁਰੂ ਵਿੱਚ ਜਿਹੜਾ ਪੰਜਾਬ ਸੀ ਉਹ ਇੱਦਾਂ ਦਾ ਨਹੀਂ ਸੀਗਾ। ਉਹ ਦੇਖਾਂਗੇ ਆਪਾਂ ਜਦੋਂ ਲੈਸਨ ਪੜ੍ਹਾਂਗੇ ਕਿ ਪਹਿਲਾਂ ਇਹਦਾ ਕੀ ਸਰੂਪ ਸੀਗਾ। ਸਮੇਂ-ਸਮੇਂ 'ਤੇ ਇਸ ਦੇ ਨਾਂ ਅਤੇ ਹੱਦਾਂ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਇਹ ਸੂਬੇ ਨੇ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਇਤਿਹਾਸ ਨੂੰ ਵੀ ਕੀ ਆ ਪ੍ਰਭਾਵਿਤ ਕੀਤਾ ਵਾ। ਸੰਸਾਰ ਦੀ ਮਹਾਨ ਸੱਭਿਅਤਾ ਕਿਹੜੀ? ਸਿੰਧੂ ਘਾਟੀ ਦੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਦੀ ਧਰਤੀ 'ਤੇ ਹੀ ਹੋਇਆ। ਇਹ ਇੰਪੋਰਟੈਂਟ ਆ, ਕੁਐਸਚਨ ਪੁੱਛ ਲਿਆ ਜਾਂਦਾ ਇਹਦੇ ਵਿੱਚੋਂ। ਵਿਸ਼ਵ ਪ੍ਰਸਿੱਧ ਅਤੇ ਪ੍ਰਾਚੀਨ ਤਕਸ਼ਿਲਾ ਵਿਸ਼ਵ ਵਿਦਿਆਲਾ ਵੀ ਪੰਜਾਬ ਦੀ ਧਰਤੀ 'ਤੇ ਸਥਿਤ ਸੀ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗਵੈਦ ਦੀ ਰਚਨਾ ਵੀ ਜਿਹੜੀ ਕੀ ਆ ਪੰਜਾਬ ਦੀ ਧਰਤੀ 'ਤੇ ਹੀ ਹੋਈ ਆ। ਇਹ ਇੰਪੋਰਟੈਂਟ ਆ, ਜਿਹੜਾ ਅੰਡਰਲਾਈਨ ਕੀਤਾ ਹੋਇਆ ਇਹਨਾਂ ਵੱਲ ਖਾਸ ਧਿਆਨ ਦੇਣਾ। ਸਿੰਧੂ ਘਾਟੀ ਸੱਭਿਅਤਾ ਦੇ ਅਵਸ਼ੇਸ਼ਾਂ ਦਾ ਚਿੱਤਰ ਆ ਜਿਹੜਾ ਇਹ ਵੀ ਕੀ ਆ ਕਿ ਪੰਜਾਬ ਵਿੱਚੋਂ ਹੀ ਫੋਟੋ ਲਈ ਗਈ ਆ। ਬਟ ਇਹ ਹੁਣ ਕਿੱਥੇ ਰਹਿ ਗਈ ਆ? ਪਾਕਿਸਤਾਨ ਦੇ ਵਿੱਚ ਚਲੀ ਗਈ ਆ। ਜਦੋਂ 1947 ਵਿੱਚ ਭਾਰਤ ਦੀ ਵੰਡ ਹੋਈ ਤਾਂ ਅੱਧਾ ਪੰਜਾਬ ਜਿਹੜਾ ਸੀਗਾ ਉਹ ਕਿੱਧਰ ਚਲਿਆ ਗਿਆ? ਪਾਕਿਸਤਾਨ 'ਚ ਚਲਿਆ ਗਿਆ, ਠੀਕ ਹੈ। ਅੱਗੇ ਹੈ ਇੱਕ ਗਤੀਵਿਧੀ ਵਿੱਚ ਪੁੱਛਿਆ ਗਿਆ ਆਪਾਂ ਨੂੰ ਕਿ ਤਕਸ਼ਿਲਾ ਵਿਸ਼ਵ ਵਿਦਿਆਲਾ ਵਰਤਮਾਨ ਸਮੇਂ ਵਿੱਚ ਕਿੱਥੇ ਸਥਿਤ ਹੈ। ਜਿਹੜਾ ਤਕਸ਼ਿਲਾ ਵਿਸ਼ਵ ਵਿਦਿਆਲਾ ਵਾ ਹੁਣ ਦੇ ਟਾਈਮ ਵਿੱਚ ਦੇਖਿਆ ਜਾਵੇ ਤਾਂ ਉਹ ਜਿਹੜਾ ਹੈਗਾ ਵਾ ਪਾਕਿਸਤਾਨ ਦੇ ਵਿੱਚ ਆ, ਰਾਵਲਪਿੰਡੀ ਦੇ ਵਿੱਚ ਤਕਸ਼ਿਲਾ ਉੱਥੇ ਸ਼ਾਮਿਲ ਆ। ਹੁਣ ਪਹਿਲਾਂ ਇਹ ਅਣਵੰਡਾ ਜਦੋਂ ਪੰਜਾਬ ਸੀਗਾ ਤਾਂ ਉਦੋਂ ਇਹ ਭਾਰਤ ਦੇ ਵਿੱਚ ਹੀ ਸ਼ਾਮਿਲ ਸੀਗਾ, ਠੀਕ ਹੈ। ਫਿਰ ਪਾਕਿਸਤਾਨ ਬਣ ਗਿਆ, ਹੁਣ ਇਹ ਉੱਧਰਲੀ ਸਾਈਡ ਚਲਾ ਗਿਆ। ਉਸ ਦੀ ਤਸਵੀਰ ਦਿੱਤੀ ਹੋਈ ਆ ਆਪਾਂ ਨੂੰ, ਜਿਹੜੇ ਉਹਦੇ ਖੰਡਰ ਖੜੇ ਹੋਏ ਆ। ਲੈਫਟ ਰਾਈਟ ਸਾਈਡ ਜਿਹੜਾ ਹੈਗਾ ਆਪਾਂ ਨੂੰ ਮੈਪ ਦਿੱਤਾ ਹੋਇਆ। ਸਿੰਧੂ ਘਾਟੀ ਸੱਭਿਅਤਾ ਦਾ ਜਿਹੜਾ ਵਿਸਤਾਰ ਅਤੇ ਗਤੀਵਿਧੀ, ਜਿਹੜਾ ਇਹ ਪਿੰਕ ਕਲਰ ਵਾਲਾ ਏਰੀਆ ਵਾ ਇਹ ਸਾਰਾ ਕਿਹਦਾ ਵਾ? ਸਿੰਧੂ ਘਾਟੀ ਸੱਭਿਅਤਾ ਦਾ ਏਰੀਆ ਵਾ। ਇਹਨੂੰ ਥੋੜ੍ਹਾ ਜ਼ੂਮ ਕਰਕੇ ਆਪਾਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਏਰੀਏ ਨੇ ਇਹਦੇ ਵਿੱਚ ਸ਼ਾਮਿਲ। ਹਾਂਜੀ, ਇਹਦੇ ਵਿੱਚ ਆ ਗਿਆ ਆਪਣਾ ਹੜੱਪਾ, ਮੇਹਰਗੜ੍ਹ, ਮਹਿੰਜੋਦੜੋ ਐਂਡ ਲੋਥਲ। ਇਹ ਇੰਨਾ ਏਰੀਆ ਜਿਹੜਾ ਸਾਰਾ ਸਿੰਧੂ ਘਾਟੀ ਸੱਭਿਅਤਾ ਦਾ ਦਰਸਾਇਆ ਗਿਆ ਵਾ ਇਸ ਮੈਪ ਰਾਹੀਂ। ਅੱਗੇ ਲੈਸਨ ਨੂੰ ਕੰਟੀਨਿਊ ਕਰਦੇ ਹਾਂ। ਸਾਡੇ ਮਹਾਨ ਸਿੱਖ ਗੁਰੂਆਂ ਦੀ ਕਰਮ ਭੂਮੀ ਵੀ ਪੰਜਾਬ ਦੀ ਧਰਤੀ ਹੀ ਹੈ। ਇੱਥੇ ਹੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਨੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕੀਤਾ ਅਤੇ ਲਾਸਾਨੀ ਕੁਰਬਾਨੀਆਂ ਦਿੰਦੇ ਹੋਏ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ, ਜਿਸ ਉੱਪਰ ਅਗਾਂਹ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਭੂ ਸੱਤਾ ਸੰਪੰਨ ਸਿੱਖ ਰਾਜ ਦੀ ਸਥਾਪਨਾ ਕੀਤੀ। ਦੇਖੋ ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਜਿਹੜਾ ਹੈਗਾ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕਿਹਨੇ ਕੀਤੀ? ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ। ਪੰਜਾਬ ਦੇ ਸੂਰਵੀਰਾਂ, ਦੇਸ਼ ਭਗਤਾਂ ਅਤੇ ਸਮਾਜ ਸੁਧਾਰਕਾਂ ਦਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਬੇਮਿਸਾਲ ਯੋਗਦਾਨ ਹੈ। ਅੱਗੇ ਇੱਧਰਲੀ ਸਾਈਡ ਆਪਾਂ ਨੂੰ ਇੱਕ ਫੋਟੋ ਦਿਖਾਈ ਹੈ ਜਿਹਦੇ ਵਿੱਚ ਲਿਖਿਆ ਉਪਰੋਕਤ ਚਿੱਤਰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਚਿੱਤਰ ਵਿੱਚ ਦਰਸਾਈ ਗਈ ਇਹ ਰਸਮ ਕਦੋਂ ਅਤੇ ਕਿੱਥੇ ਨਿਭਾਈ ਗਈ ਸੀ। ਹਾਂਜੀ, ਇਹ ਰਸਮ ਕਾਹਦੀ ਆ ਕਿ ਇਹ ਹੈਗੀ ਆ ਖਾਲਸਾ ਪੰਥ ਦੀ ਸਥਾਪਨਾ ਦੀ, ਠੀਕ ਹੈ। ਅਤੇ ਇਹ ਰਸਮ ਆ ਜਿਹੜੀ ਕਦੋਂ ਨਿਭਾਈ ਗਈ? 13 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਕਿੱਥੇ ਨਿਭਾਈ ਗਈ? ਸ਼੍ਰੀ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਵਿਖੇ। ਐਂਡ ਕਿਹਨਾਂ ਨੇ ਜਿਹੜੀ ਸੀ ਇਹ ਰਸਮ ਕਰਵਾਈ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਠੀਕ ਹੈ ਜੀ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ।
देखो एक पिक्चर के विचों आपां नूं कितनी इंपॉर्टेंट इन्फॉर्मेशन मिली है कि किन्ने क्वेश्चन कवर होंदे इहदे विचों। इसलिए इन्हां लैसनस की जिहड़ी टैली है वो ध्यान नाल करनी चाहिदी है। अगे देखते हैं। पंजाब के इतिहास का अध्ययन करने लई सानूं इस दीयां भूगोलिक विशेषतावां अते उन्हां दा इतिहास ते पए प्रभाव का अध्ययन करना जरूरी है। इस पाठ में असीं जमुना नदी तो सिंध नदी के विचकारले इलाके की चर्चा करांगे जिस नूं मध्यकाल विच पंजाब का नाम दिता गया है। ठीक है, हुण आपां इहदे बारे पढ़दे हां। पंजाब दे वख-वख इतिहासिक नाम जिहड़े किहड़े रहे ने। वैदिक काल विच आर्या दे प्राचीन ग्रंथ रिगवैद विच पंजाब नूं सप्त सिंधु भाव 7 नदियां की धरती कहा जाता है। ये इंपॉर्टेंट फैक्ट आ। अगे है ये 7 नदियां किहड़ियां सीगियां हुण सिंधु, वितसता, झेलम का नाम आ, अस्कनी, चनावदा, परुशनी, रावी, बिपासा, ब्यास, सतुदरी, सतलज अते सरस्वती। ये 7 नदियां सी। हुण इन्हां दे विच्चों कई बार PSTET के पेपर जां मास्टर गेटर के पेपर विच ये भी पूछ लिया जाता कि नदियां दे आधुनिक नाम की आ जां उन्हां दे पुरातन नाम की आ। जिवें पहलां तां मैं तुहानूं पुरातन नाम दसदी हां। झेलम का पहला नाम सीगा वितसता, चनाब का पहला नाम सीगा अश्कनी, रावी का पहला नाम सी परुशनी ते ब्यास का पहला नाम सी बिपासा। ठीक है, सतलुज का पहला नाम सी सतुदरी। ये क्वेश्चन जिहड़ा PSTET दे लास्ट 2 ईयर बिफोर मैनूं लगदा पेपर दे विच पुछया गया सीगा ये। हुण सरस्वती नदी की होंद जिहड़ी खत्म हो चुकी है। प्राचीन महाकाव्य रामायण, महाभारत अते पुराणा विच पंजाब नूं पंचनद कहा जाता सी। ठीक है, अगे देखते हैं। यूनानियां ने पंजाब नूं पैटापोटामिया का नाम दिता। हाँ जी, कई बार ये क्वेश्चन आ जाता कि जिहड़े यूनानी ने उन्होंने भारत नूं काहदा नाम दिता पैटापोटामिया का, जिस विच पैंटा का अर्थ है 5 अते पोटामिया का अर्थ है नदी, भाव 5 नदियां की धरती। पंजाब विच बहुत समय तक कबीले जिहड़ा सीगा है ना कबीले का शासन रहा सी, जिस कारण उन्होंने की सीगा एक कबीले का जिहड़ा नाम सीगा टक सीगा उहदा नाम उहदे मतलब नाम ते जिहड़ा सी इहदा नाम टक प्रदेश जां टक्की भी कहा जाता सीगा पंजाब नूं। फिर है चीनी यात्री ह्यूनसांग ने इस प्रदेश नूं सेकिया का नाम दिता। अगे कंटिन्यू करते हैं। महाराजा रणजीत सिंह के समय इस नूं लाहौर सूबा कहा जाता सीगा। देखो किहदे समय लाहौर सूबा किहदे समय कहा जाता सीगा महाराजा रणजीत सिंह के समय। मुगल सम्राट अकबर ने इस नूं पंजाब का नाम दिता। देखो कि कई बार क्वेश्चन ये आंदा कि पंजाब नूं पंजाब का नाम किहने दिता, तो दिता मुगल सम्राट अकबर ने। हुण इहदा मीनिंग की आ कि फारसी भाषा के शब्द पंज अते आप तो मिल के बनिया वा। ठीक है, पंज का अर्थ है 5 अते आप का मतलब है पानी। जिस तरह पंजाब का नाम प्रचलित हो गया कि 5 जिहड़ा हैगा पानियां दी धरती जां 5 दरियावां दी धरती। 1849 ईस्वी में अंग्रेज़ों ने पंजाब नूं अंग्रेजी साम्राज्य विच मिला लिया। ये भी इंपोर्टेंट है। अते इस नूं पंजाब प्रांत का नाम दिता। 1947 ईस्वी में भारत पाकिस्तान की वंड होने कारण पंजाब जिहड़ा सी 2 भागां विच वंडिया गया। पाकिस्तान के हिस्से आए पंजाब जिस विच झेलम, चनाब अते रावी नदी के इलाके शामिल सन अते पश्चिमी पंजाब अते भारती पंजाब आ जिहदे विच रह गए किहड़े इलाके ब्यास अते सतलुज नदी के इलाके शामिल आ। अगे देखते हैं नूं। ठीक है, जिहड़ा तां पाकिस्तान च पश्चिमी पंजाब ते जिहड़ा भारत विच ओह की आ पूर्वी पंजाब। परंतु दोहां देशां दे लोकां विच इस नाम दा जिहड़ा हैगा वा पंजाब ही हरमन प्यारा वा। ना तां कोई पश्चिमी पंजाब कहंदा ना ही कोई पूर्वी पंजाब कहंदा वा इस नूं। तो मैंने आपां नूं इत्थे एक तस्वीर दित्ती है जिहदे विच लिखिया होया आस्ट्रेलिया टू हैज़ आ पंजाब आ लैंड ऑफ 5 रिवर्स। कि जिहड़ा आस्ट्रेलिया वा वो भी एक तरह नाल की आ कि उत्थे भी एक तरह नाल पंजाब का जिहड़ा एरिया हैगा वा ते वो भी की आ कि 5 दरियावां की धरती कहा जाता जिन्हों। देखो लिखा हुआ है ना देयर इज़ अ पंजाब हेयर विच यू कैन विजिट विदाउट टेकिंग योर पासपोर्ट अलॉन्ग। इट्स अ मैटर ऑफ प्राइड दैट सिख हिस्ट्री हैज़ डॉक्यूमेंटेड एविडेंस ऑफ इट्स इन्फ्लुएंस इन आस्ट्रेलिया सिंस 1880। ठीक है,
ਇਹ ਇੱਕ ਅਖਬਾਰ ਦੀ ਕਟਿੰਗ ਦੀ ਨਿਊਜ਼ ਦਿੱਤੀ ਹੋਈ ਹੈ ਜਿਹਦੇ ਵਿੱਚ ਦੱਸਿਆ ਗਿਆ ਆਸਟ੍ਰੇਲੀਆ ਦੇ ਪੰਜਾਬ ਦੇ ਬਾਰੇ। ਅੱਗੇ ਕੰਟੀਨਿਊ ਕਰਦੇ ਹਾਂ। ਹੁਣ ਇਹਦੇ ਵਿੱਚ ਦੇਖੋ ਆਪਾਂ ਨੂੰ ਇੰਪੋਰਟੈਂਟ ਕੱਢ ਕੇ ਦਿੱਤੇ ਆ ਨਾਮ, ਜਿਹੜੇ ਯਾਦ ਰੱਖਣੇ ਜ਼ਰੂਰੀ ਹੈ। ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਕਿ ਵੈਦਿਕ ਕਾਲ ਜਾਂ ਰਿਗਵੈਦ ਦੇ ਅਨੁਸਾਰ ਪੰਜਾਬ ਦਾ ਨਾਮ ਕੀ ਸੀਗਾ? ਸਪਤ ਸਿੰਧੂ। ਹਿੰਦੂ ਮਹਾਂਕਾਵਿ ਤੇ ਪੁਰਾਣਾਂ ਵਿੱਚ ਪੰਜਾਬ ਦਾ ਨਾਮ ਕੀ ਸੀ? ਪੰਚਨਦ। ਟੱਕ ਕਬੀਲੇ ਦਾ ਸ਼ਾਸਨ ਜਿਹੜਾ ਸੀਗਾ ਟੱਕ ਪ੍ਰਦੇਸ਼ ਜਾਂ ਟੱਕੀ 'ਤੇ ਸੀ, ਉਹਦੇ ਕਰਕੇ ਜਿਹੜਾ ਪੰਜਾਬ ਸੀ ਉਹਨੂੰ ਟੱਕ ਪ੍ਰਦੇਸ਼ ਵੀ ਕਿਹਾ ਜਾਂਦਾ ਸੀਗਾ। ਚੀਨੀ ਯਾਤਰੀ ਜਦੋਂ ਹਿਊਨ ਸਾਂਗ ਆਇਆ ਤਾਂ ਪੰਜਾਬ ਨੂੰ ਕੀ ਕਿਹਾ ਜਾਣ ਲੱਗਿਆ? ਸੇਕੀਆ। ਮੱਧਕਾਲ ਵਿੱਚ ਪੰਜਾਬ ਦਾ ਕਿਹੜਾ ਨਾਮ ਪ੍ਰਚਲਿਤ ਸੀਗਾ? ਲਾਹੌਰ ਸੂਬਾ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ? 1849 ਈਸਵੀ ਵਿੱਚ। ਜਿੰਨਾ ਵੀ ਆਪਾਂ ਉੱਪਰ ਲੈਸਨ ਪੜ੍ਹਿਆ ਹੈ ਉਹਦੀ ਸਾਰੀ ਸਮਰੀ ਦੇ ਵਿੱਚੋਂ ਜਿਹੜੇ ਹੈਗੇ ਆਪਾਂ ਨੂੰ ਮੇਨ ਪੁਆਇੰਟ ਦਿੱਤੇ ਹੋਏ ਆ। ਅੱਗੇ ਕੰਟੀਨਿਊ ਕਰਦੇ ਹਾਂ। ਪੰਜਾਬ ਦਾ ਬਦਲਦਾ ਰਾਜਨੀਤਿਕ ਸਰੂਪ। ਰਿਗਵੈਦਿਕ ਕਾਲ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਤੱਕ ਵੀ ਪੰਜਾਬ ਦੀਆਂ ਸੀਮਾਵਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ। ਰਿਗਵੈਦ ਦੇ ਸਮੇਂ ਸਿੰਧੂ ਨਦੀ ਤੋਂ ਸਰਸਵਤੀ ਨਦੀ ਦੇ ਵਿਚਕਾਰ ਦਾ ਖੇਤਰ ਸਪਤ ਸਿੰਧੂ ਪੰਜਾਬ ਵਿੱਚ ਸ਼ਾਮਿਲ ਸੀ। ਦੇਖੋ ਰਿਗਵੈਦ ਦੇ ਸਮੇਂ ਵਿੱਚ ਕਿਹੜਾ ਖੇਤਰ ਸ਼ਾਮਿਲ ਸੀ? ਸਿੰਧੂ ਨਦੀ ਤੋਂ ਸਰਸਵਤੀ ਨਦੀ ਆ ਜਿਹੜੀ ਉਹਦੇ ਵਿਚਕਾਰਲਾ ਖੇਤਰ ਸਪਤ ਸਿੰਧੂ ਪ੍ਰਦੇਸ਼ ਵਿੱਚ ਸ਼ਾਮਿਲ ਸੀਗਾ। ਫਿਰ ਚੰਦਰਗੁਪਤ ਮੌਰੀਆ ਨੇ ਪੱਛਮ ਵੱਲ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਸੀਮਾਵਾਂ ਜਿਹੜੀਆਂ ਸੀ ਉਹਨੂੰ ਕਿੱਥੋਂ ਤੱਕ ਲੈ ਗਿਆ? ਹਿੰਦੂਕੁਸ਼ ਪਹਾੜਾਂ ਤੱਕ ਜਿਹੜਾ ਸੀ ਪਹੁੰਚਾ ਦਿੱਤਾ, ਅਤੇ ਤਕਸ਼ੀਲਾ ਵੀ ਜਿਹੜਾ ਸੀ ਪੰਜਾਬ ਦਾ ਹਿੱਸਾ ਬਣ ਗਿਆ ਸੀ। ਅੱਗੇ ਦੇਖਦੇ ਹਾਂ। ਹਿੰਦੀ ਪਾਖਤਰੀ ਅਤੇ ਹਿੰਦੀ ਭਾਰਤੀ ਰਾਜਿਆਂ ਸਮੇਂ ਪੰਜਾਬ ਦੀ ਸੀਮਾ ਅਫਗਾਨਿਸਤਾਨ ਤੱਕ ਲੱਗਦੀ ਸੀ ਅਤੇ ਰਾਜਧਾਨੀ ਉਹਦੀ ਸਾਕਲਾ ਹੁੰਦੀ ਸੀਗੀ। ਜਿਹੜੇ ਆਪਾਂ ਕਹਿੰਦੇ ਜਿਵੇਂ ਯੂਨਾਨੀ ਰਾਜੇ ਨੇ, ਠੀਕ ਆ, ਹਿੰਦੂ ਬਾਖਤਰੀ ਜਾਂ ਹਿੰਦੂ ਭਾਰਤੀ ਰਾਜਿਆਂ ਦੇ ਸਮੇਂ ਸਾਕਲਾ ਸੀ। ਸਾਕਲਾ ਨੂੰ ਅੱਜ ਕੱਲ੍ਹ ਆਪਾਂ ਕਿਹਦੇ ਨਾਮ ਨਾਲ ਜਾਣਦੇ ਹਾਂ? ਸਿਆਲਕੋਟ ਦੇ ਨਾਮ ਨਾਲ ਜਾਣਿਆ ਜਾਂਦਾ, ਜਿਹੜਾ ਪਾਕਿਸਤਾਨ ਵਿੱਚ ਆ। ਦਿੱਲੀ ਸਲਤਨਤ ਕਾਲ ਵਿੱਚ ਪੰਜਾਬ ਜਿਹੜਾ ਵਾ ਲਾਹੌਰ ਸੂਬਾ ਦੀ ਸੀਮਾ ਸਤਲੁਜ ਨਦੀ ਤੋਂ ਪੇਸ਼ਾਵਰ ਤੱਕ ਸੀਗੀ। ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ 2 ਪ੍ਰਾਂਤਾਂ ਵਿੱਚ ਵੰਡ ਦਿੱਤਾ, ਜਿਨ੍ਹਾਂ ਦਾ ਨਾਂ ਸੀ ਲਾਹੌਰ ਅਤੇ ਮੁਲਤਾਨ ਪ੍ਰਾਂਤ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਪੂਰਬ ਵਿੱਚ ਸਤਲੁਜ ਨਦੀ ਤੱਕ ਤੋਂ ਲੈ ਕੇ ਪੱਛਮ ਵਿੱਚ ਖੈਬਰ ਦਰੇ ਤੱਕ ਫੈਲ ਗਿਆ ਸੀਗਾ, ਜਿਹਦੀ ਰਾਜਧਾਨੀ ਕਿਹੜੀ ਸੀਗੀ? ਲਾਹੌਰ ਸੀਗੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਰਾਜਧਾਨੀ। ਅੱਗੇ ਦੇਖਦੇ ਹਾਂ ਕਿ 1849 ਈਸਵੀ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ਅਤੇ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਦਿੱਲੀ ਸਤਲੁਜ ਨਦੀ ਤੋਂ ਜਮਨਾ ਨਦੀ ਤੱਕ ਦੇ ਇਲਾਕੇ ਨੂੰ ਵੀ ਪੰਜਾਬ ਦਾ ਜਿਹੜਾ ਸੀ ਹਿੱਸਾ ਬਣਾ ਲਿਆ ਗਿਆ ਸੀ। ਦੇਖੋ ਇਹਦੀਆਂ ਹੱਦਾਂ ਕਿਵੇਂ ਹੌਲੀ ਹੌਲੀ ਵੱਧਦੀਆਂ ਗਈਆਂ। 1901 ਈਸਵੀ ਵਿੱਚ ਲਾਰਡ ਕਰਜ਼ਨ ਨੇ ਪੱਛਮ ਵੱਲ ਸਿੰਧ ਨਦੀ ਤੋਂ ਪਾਰ ਦੇ ਇਲਾਕੇ ਨੂੰ ਪੰਜਾਬ ਨਾਲੋਂ ਵੱਖਰਾ ਕਰਕੇ ਉੱਤਰ ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ ਸੀਗਾ। ਇਹ ਜਿਹੜਾ ਸਰਹੱਦੀ ਸੂਬਾ ਬਣਾਇਆ ਸੀ, ਕਿਹਨੇ ਬਣਾਇਆ ਸੀ? ਲਾਰਡ ਕਰਜ਼ਨ ਨੇ ਬਣਾਇਆ ਸੀਗਾ। ਕਦੋਂ? 1901 ਈਸਵੀ ਵਿੱਚ। ਅੱਗੇ ਹੈ 1911 ਈਸਵੀ ਵਿੱਚ ਲਾਰਡ ਹਾਰਡਿੰਗ ਨੇ ਪੂਰਬ ਵੱਲ ਸਤਲੁਜ ਨਦੀ ਤੋਂ ਜਮਨਾ ਨਦੀ ਤੱਕ ਦੇ ਇਲਾਕੇ ਨੂੰ ਇੱਕ ਵਾਰ ਫਿਰ ਪੰਜਾਬ ਨਾਲੋਂ ਵੱਖਰਾ ਕਰਕੇ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾ ਦਿੱਤਾ ਸੀ। ਇਸ ਤਰ੍ਹਾਂ ਇਤਿਹਾਸ ਵਿੱਚ ਪੰਜਾਬ ਜਿਹੜੀ ਸੀ ਪਹਿਲੀ ਵਾਰ ਸਹੀ ਅਰਥਾਂ ਵਿੱਚ 5 ਨਦੀਆਂ ਦੀ ਧਰਤੀ ਦੇ ਸਰੂਪ ਵਿੱਚ ਆਇਆ ਸੀ। 1947 ਈਸਵੀ ਵਿੱਚ ਭਾਰਤ ਦੀ ਆਜ਼ਾਦੀ ਸਮੇਂ ਪੰਜਾਬ ਦੀ ਫੇਰ ਵੰਡ ਹੋਈ। ਦੇਖੋ ਫੇਰ ਵੰਡ ਕਦੋਂ ਹੋਈ ਪੰਜਾਬ ਦੀ? 1947 ਵਿੱਚ। ਪੰਜਾਬ ਦਾ ਪੱਛਮੀ ਹਿੱਸਾ ਜੋ ਕਿ ਮੁਸਲਮਾਨਾਂ ਦਾ ਬਹੁ ਗਿਣਤੀ ਵਾਲਾ ਇਲਾਕਾ ਸੀ, ਜਿੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਸੀਗੇ, ਨਵੇਂ ਬਣੇ ਦੇਸ਼ ਪਾਕਿਸਤਾਨ ਵਿੱਚ ਚਲਿਆ ਗਿਆ, ਅਤੇ ਜਿਹੜਾ ਪੂਰਬੀ ਹਿੱਸਾ ਸੀ ਭਾਰਤ ਵਿੱਚ ਹੀ ਰਹਿ ਗਿਆ। ਇਸ ਸਮੇਂ ਪੰਜਾਬ ਦੇ ਜਿਹੜੇ ਸੀ 29 ਜ਼ਿਲ੍ਹਿਆਂ ਵਿੱਚੋਂ 13 ਜ਼ਿਲ੍ਹੇ ਜਿਹੜੇ ਸੀ ਪਾਕਿਸਤਾਨ ਨੂੰ ਦਿੱਤੇ ਗਏ, ਅਤੇ ਜਿਹੜਾ ਪੰਜਾਬ ਸੀ ਉਹਦੇ ਵਿੱਚ 16 ਜ਼ਿਲ੍ਹੇ ਜਿਹੜੇ ਸੀਗੇ ਭਾਰਤੀ ਪੰਜਾਬ ਦੇ ਹਿੱਸੇ ਆਏ ਸੀ। ਪੰਜਾਬ ਦਾ ਬਦਲਦਾ ਰਾਜਨੀਤਿਕ ਸਰੂਪ, ਇਹਦੇ ਬਾਰੇ ਪੜ੍ਹਦੇ ਹਾਂ। ਰਿਗਵੈਦਿਕ ਕਾਲ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਤੱਕ ਪੰਜਾਬ ਦੀਆਂ ਸੀਮਾਵਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ, ਠੀਕ ਹੈ। ਉਹਦੀਆਂ ਜਿਹੜੀਆਂ ਸੀਮਾ ਨੇ ਪੰਜਾਬ ਦੀਆਂ ਉਹ ਬਦਲਦੀਆਂ ਰਹੀਆਂ ਨੇ, ਕਦੇ ਤਾਂ ਉਹ ਵੱਧਦੀਆਂ ਰਹੀਆਂ ਅਤੇ ਕਦੇ ਉਹ ਘਟਦੀਆਂ ਰਹੀਆਂ। ਤਾਂ ਆਓ ਇਹਨਾਂ ਬਾਰੇ ਡਿਟੇਲ 'ਚ ਪੜ੍ਹਦੇ ਹਾਂ। ਪਹਿਲਾਂ ਆਪਾਂ ਦਿੱਤਾ ਕਿ ਰਿਗਵੈਦ ਦੇ ਸਮੇਂ ਸਿੰਧੂ ਨਦੀ ਤੋਂ ਸਰਸਵਤੀ ਨਦੀ ਦੇ ਵਿਚਕਾਰ ਦਾ ਖੇਤਰ ਸਪਤ ਸਿੰਧੂ ਪੰਜਾਬ ਵਿੱਚ ਸ਼ਾਮਿਲ ਸੀ। ਅੱਗੇ ਦੇਖਦੇ ਹਾਂ। ਚੰਦਰਗੁਪਤ ਮੌਰੀਆ ਨੇ ਪੱਛਮ ਵੱਲ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਸੀਮਾਵਾਂ ਨੂੰ ਹਿੰਦੂਕੁਸ਼ ਦੇ ਪਹਾੜਾਂ ਤੱਕ ਪਹੁੰਚਾ ਦਿੱਤਾ। ਦੇਖੋ ਪੰਜਾਬ ਦੀ ਜਿਹੜੀ ਸੀਮਾ ਸੀ ਉਹਨੂੰ ਹਿੰਦੂਕੁਸ਼ ਜਿਹੜੇ ਪਹਾੜ ਸੀ ਉਹਨਾਂ ਤੱਕ ਕਿਹਨੇ ਪਹੁੰਚਾਇਆ? ਚੰਦਰਗੁਪਤ ਮੌਰੀਆ ਨੇ। ਅਤੇ ਤਕਸ਼ੀਲਾ ਵੀ ਜਿਹੜਾ ਸੀ ਪੰਜਾਬ ਦਾ ਹਿੱਸਾ ਬਣ ਗਿਆ ਸੀਗਾ।
ਅੱਗੇ ਹੈ ਹਿੰਦੀ ਬਾਖਤਰੀ ਅਤੇ ਹਿੰਦੀ ਭਾਰਤੀ ਰਾਜਿਆਂ ਦੇ ਪੰਜਾਬ ਦੇ ਸਮੇਂ ਪੰਜਾਬ ਦੀ ਸੀਮਾ ਅਫਗਾਨਿਸਤਾਨ ਤੱਕ ਲੱਗਦੀ ਸੀ ਅਤੇ ਰਾਜਧਾਨੀ ਸਾਕਲਾ, ਜਿਹਦਾ ਕਿ ਹੁਣ ਨਾਮ ਸਿਆਲਕੋਟ ਆ, ਪਾਕਿਸਤਾਨ ਵਿੱਚ ਆ, ਉਹ ਜਿਹੜੀ ਸੀਗੀ ਹਿੰਦੀ ਬਾਖਤਰੀ ਅਤੇ ਹਿੰਦੀ ਭਾਰਤੀ ਰਾਜਿਆਂ ਦੀ ਰਾਜਧਾਨੀ ਸੀ। ਅੱਗੇ ਹੈ ਦਿੱਲੀ ਸਲਤਨਤ ਕਾਲ ਵਿੱਚ ਪੰਜਾਬ ਜਿਹੜਾ ਸੀਗਾ ਲਾਹੌਰ ਸੂਬਾ ਦੀ ਸੀਮਾ ਸਤਲੁਜ ਨਦੀ ਤੋਂ ਪੇਸ਼ਾਵਰ ਤੱਕ ਜਿਹੜੀ ਸੀ ਫੈਲੀ ਹੋਈ ਸੀ। ਦਿੱਲੀ ਸਲਤਨਤ ਕਾਲ ਵਿੱਚ ਪੰਜਾਬ ਲਾਹੌਰ ਸੂਬਾ ਦੀ ਸੀਮਾ ਸਤਲੁਜ ਨਦੀ ਤੋਂ ਪੇਸ਼ਾਵਰ ਤੱਕ ਸੀ। ਦੇਖੋ ਹੁਣ ਦਿੱਲੀ ਸਲਤਨਤ ਕਾਲ ਦੇ ਸਮੇਂ ਜਿਹੜੀ ਸੀ ਪੰਜਾਬ, ਜਿਹਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ, ਉਹਦੀ ਸੀਮਾ ਸੀਗੀ ਸਤਲੁਜ ਨਦੀ ਤੋਂ ਪੇਸ਼ਾਵਰ ਤੱਕ ਫੈਲੀ ਹੋਈ ਸੀ। ਅੱਗੇ ਹੈ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬ ਨੂੰ 2 ਪ੍ਰਾਂਤਾਂ ਵਿੱਚ ਵੰਡ ਦਿੱਤਾ ਗਿਆ ਸੀ। ਕਿਹੜੇ ਕਿਹੜੇ? ਜਿਨ੍ਹਾਂ ਦੇ ਨਾਂ ਸੀ ਲਾਹੌਰ ਅਤੇ ਮੁਲਤਾਨ। ਕਿਹਦੇ ਸਮੇਂ? ਅਕਬਰ ਦੇ ਸਮੇਂ। ਠੀਕ ਹੈ। ਅੱਗੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਖੈਬਰ ਦਰਾ ਤੱਕ ਫੈਲ ਗਿਆ, ਜਿਸ ਦੀ ਰਾਜਧਾਨੀ ਲਾਹੌਰ ਸੀ। ਠੀਕ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ। ਅੱਗੇ ਹੈ 1849 ਈਸਵੀ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ। ਇਹ ਕੁਐਸਚਨ ਇੰਪੋਰਟੈਂਟ ਨੇ, ਜਿੰਨੇ ਵੀ ਮੈਂ ਅੰਡਰਲਾਈਨ ਕਰਾ ਰਹੀ ਹਾਂ ਇਹ ਸਾਰੇ ਫੈਕਟ ਇੰਪੋਰਟੈਂਟ ਨੇ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ? 1849 ਈਸਵੀ ਵਿੱਚ। 1857 ਈਸਵੀ ਦੇ ਵਿਦਰੋਹ ਤੋਂ ਬਾਅਦ ਦਿੱਲੀ ਸਤਲੁਜ ਨਦੀ ਤੋਂ ਜਮਨਾ ਨਦੀ ਤੱਕ ਦੇ ਇਲਾਕੇ ਨੂੰ ਵੀ ਪੰਜਾਬ ਦਾ ਹਿੱਸਾ ਬਣਾ ਦਿੱਤਾ ਗਿਆ। 1901 ਈਸਵੀ ਵਿੱਚ ਲਾਰਡ ਕਰਜ਼ਨ ਨੇ ਪੱਛਮ ਵੱਲ ਸਿੰਧ ਨਦੀ ਤੋਂ ਪਾਰ ਦੇ ਇਲਾਕੇ ਨੂੰ ਪੰਜਾਬ ਨਾਲੋਂ ਵੱਖਰਾ ਕਰਕੇ ਉੱਤਰ ਪੱਛਮੀ ਸਰਹੱਦੀ ਸੂਬਾ ਜਿਹੜਾ ਸੀ ਬਣਾ ਦਿੱਤਾ। 1911 ਈਸਵੀ ਵਿੱਚ ਲਾਰਡ ਹਾਰਡਿੰਗ ਨੇ ਪੂਰਬ ਵੱਲ ਸਤਲੁਜ ਨਦੀ ਤੋਂ ਜਮਨਾ ਨਦੀ ਤੱਕ ਦੇ ਇਲਾਕੇ ਨੂੰ ਇੱਕ ਵਾਰ ਫਿਰ ਪੰਜਾਬ ਨਾਲੋਂ ਵੱਖਰਾ ਕਰਕੇ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾ ਦਿੱਤਾ। ਹਾਂਜੀ, ਦੇਖੋ ਕਿ ਦਿੱਲੀ ਹੈ ਜਿਹੜਾ ਉਹਨੂੰ ਹਿੰਦੁਸਤਾਨ ਦੀ ਰਾਜਧਾਨੀ ਕਿਹਨੇ ਬਣਾਇਆ? ਲਾਰਡ ਹਾਰਡਿੰਗ ਨੇ। ਕਦੋਂ? 1911 ਈਸਵੀ ਵਿੱਚ। ਠੀਕ ਹੈ, ਇਹ ਇੰਪੋਰਟੈਂਟ ਆ ਕਿ ਦਿੱਲੀ ਪੰਜਾਬ ਦੀ ਰਾਜਧਾਨੀ ਕਦੋਂ ਬਣੀ? 1911 ਈਸਵੀ ਵਿੱਚ। ਇਹ ਚੀਜ਼ ਹੈ ਜਿਹੜੀ ਯਾਦ ਰੱਖਣੀ ਆ। ਐਂਡ ਜਿਹੜੀ ਸੀ ਇਹ ਪੰਜਾਬ ਦੀ ਰਾਜਧਾਨੀ ਇਹਨੂੰ ਕਿਹਨੇ ਬਣਵਾਇਆ ਸੀ? ਲਾਰਡ ਹਾਰਡਿੰਗ ਨੇ। ਅੱਗੇ ਹੈ 5 ਨਦੀਆਂ ਦੀ ਧਰਤੀ ਦੇ ਸਰੂਪ ਵਿੱਚ ਆਇਆ ਕਿ 1947 ਈਸਵੀ ਵਿੱਚ ਭਾਰਤ ਦੀ ਆਜ਼ਾਦੀ ਸਮੇਂ ਪੰਜਾਬ ਦੀ ਫਿਰ ਤੋਂ ਵੰਡ ਹੋਈ। ਪੰਜਾਬ ਦਾ ਪੱਛਮੀ ਹਿੱਸਾ, ਜੋ ਕਿ ਮੁਸਲਮਾਨ ਬਹੁ ਗਿਣਤੀ ਵਾਲਾ ਇਲਾਕਾ ਸੀ, ਨਵੇਂ ਬਣੇ ਦੇਸ਼ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਪੂਰਬੀ ਹਿੱਸਾ ਪੰਜਾਬ ਵਿੱਚ ਹੀ ਰਹਿ ਗਿਆ। ਉਸ ਸਮੇਂ ਪੰਜਾਬ ਦੇ ਜ਼ਿਲ੍ਹੇ ਜਿਹੜੇ ਸੀਗੇ 29 ਜ਼ਿਲ੍ਹੇ ਸੀ, ਜਿਹਦੇ ਵਿੱਚੋਂ 13 ਜ਼ਿਲ੍ਹੇ ਜਿਹੜੇ ਸੀਗੇ ਪਾਕਿਸਤਾਨੀ ਪੰਜਾਬ ਨੂੰ ਮਿਲ ਗਏ ਅਤੇ 16 ਜ਼ਿਲ੍ਹੇ ਸੀਗੇ ਜਿਹੜੇ ਉਹ ਭਾਰਤੀ ਪੰਜਾਬ ਦੇ ਹਿੱਸੇ ਆਏ। ਅੱਗੇ ਜਿਹੜੇ ਇਹਦੇ ਨਾਲ ਰਿਲੇਟਡ ਆਪਾਂ ਨੂੰ ਮੇਨ ਫੈਕਟ ਦਿੱਤੇ ਆ, ਆਪਾਂ ਉਹ ਦੇਖਦੇ ਹਾਂ ਲੈਸਨ ਦੇ ਵਿੱਚ। ਸਭ ਤੋਂ ਪਹਿਲਾਂ ਹੈ 1956 ਵਿੱਚ ਰਾਜ ਪੁਨਰਗਠਨ ਦੇ ਕਾਰਨ ਮਾਲਵਾ ਦੀਆਂ ਰਿਆਸਤਾਂ ਸਤਲੁਜ ਨਦੀ ਤੋਂ ਘੱਗਰ ਨਦੀ ਤੱਕ ਭੰਗ ਕਰਕੇ ਪੰਜਾਬ ਰਾਜ ਵਿੱਚ ਮਿਲਾ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ ਪਟਿਆਲੇ ਵਾਲੀ ਸਾਈਡ ਦਾ ਸਾਰਾ ਮਤਲਬ ਜਿਹੜਾ ਏਰੀਆ ਸੀਗਾ ਉਹ ਪੰਜਾਬ ਵਿੱਚ ਮਿਲਾਇਆ ਗਿਆ ਸੀਗਾ। ਫਿਰ ਅੱਗੇ ਹੈ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ 'ਤੇ ਹੋਏ ਰਾਜ ਦੇ ਪੁਨਰਗਠਨ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਵੰਡ ਕਰਕੇ ਇੱਕ ਨਵਾਂ ਰਾਜ ਜਿਹੜਾ ਸੀ ਹਰਿਆਣਾ ਬਣਾ ਦਿੱਤਾ ਗਿਆ। ਜਿਹੜੇ ਹਿੰਦੀ ਬੋਲਣ ਵਾਲੇ ਏਰੀਏ ਸੀ ਉਹ ਕੀ ਸੀਗਾ? ਪੰਜਾਬ ਨਾਲੋਂ ਵੱਖ ਕਰਕੇ ਹਰਿਆਣਾ ਪ੍ਰਦੇਸ਼ ਬਣਾਤਾ ਅਤੇ ਪੰਜਾਬ ਦਾ ਕੁਝ ਪਹਾੜੀ ਹਿੱਸਾ ਜਿਹੜਾ ਸੀ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ। ਇਸ ਵੰਡ ਤੋਂ ਬਾਅਦ ਹੀ ਵਰਤਮਾਨ ਪੰਜਾਬ ਦੀ ਜਿਹੜੀ ਸੀ ਸਥਾਪਨਾ ਹੋਈ ਆ। ਆਜ਼ਾਦ ਭਾਰਤੀ ਪੰਜਾਬ, ਪੂਰਬੀ ਪੰਜਾਬ ਜਿਹੜਾ ਸੀਗਾ, ਠੀਕ ਆ, ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਉਹਨੂੰ ਮਿਲੇ ਸੀਗੇ ਆਪਣੇ ਪੂਰਬੀ ਪੰਜਾਬ ਨੂੰ? ਅੰਬਾਲਾ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਜਲੰਧਰ, ਗੁਰਦਾਸਪੁਰ, ਗੁੜਗਾਉਂ ਜਿਹਨੂੰ ਗੁਰੂਗ੍ਰਾਮ ਹਰਿਆਣੇ 'ਚ ਹੈ, ਹਿਸਾਰ, ਹੁਸ਼ਿਆਰਪੁਰ, ਕਾਂਗੜਾ, ਕਪੂਰਥਲਾ, ਮਹਿੰਦਰਗੜ੍ਹ, ਪਟਿਆਲਾ, ਰੋਹਤਕ, ਸੰਗਰੂਰ ਅਤੇ ਸ਼ਿਮਲਾ ਜ਼ਿਲ੍ਹੇ ਜਿਹੜੇ ਸੀਗੇ ਇਹ ਆਪਣੇ ਪੂਰਬੀ ਪੰਜਾਬ ਨੂੰ ਮਿਲੇ ਸੀ 1947 ਦੀ ਵੰਡ ਦੇ ਦੌਰਾਨ। ਫਿਰ ਇਹ ਤੋਂ ਬਾਅਦ ਆ ਗਿਆ 1 ਨਵੰਬਰ 1966 ਨੂੰ ਪੰਜਾਬ ਦੀ ਕੀਤੀ ਗਈ ਵੰਡ ਦੇ ਵਿੱਚ ਕਿਹੜੇ ਜ਼ਿਲ੍ਹੇ ਜਿਹੜੇ ਸੀਗੇ ਪੰਜਾਬ ਨਾਲੋਂ ਵੱਖ ਕੀਤੇ? ਜ਼ਿਲ੍ਹਾ ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਗੁੜਗਾਉਂ, ਮਹਿੰਦਰਗੜ੍ਹ ਅਤੇ ਜੀਂਦ ਤਹਿਸੀਲ ਦੇ ਇਲਾਕੇ ਹਰਿਆਣਾ ਦੇ ਹਿੱਸੇ ਆਏ। ਜ਼ਿਲ੍ਹਾ ਸ਼ਿਮਲਾ, ਕਾਂਗੜਾ ਅਤੇ ਊਨਾ ਤਹਿਸੀਲ ਉਸ ਸਮੇਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਹਿੱਸੇ ਵਿੱਚ ਜਿਹੜੇ ਸੀ ਆਏ ਸੀਗੇ।
ਇਹਦੇ ਨਾਲ ਜਿਹੜਾ ਪੰਜਾਬ ਸੀਗਾ ਉਹਦਾ ਫਿਰ ਆਪਾਂ ਕਹਿ ਦਈਏ ਕਿ ਉਹਦੀ ਜਿਹੜੀ ਸੀਮਾ ਸੀਗੀ ਉਹ ਫਿਰ ਤੋਂ ਘਟ ਗਈ ਸੀਗੀ। ਅੱਗੇ ਦੇਖਦੇ ਹਾਂ ਕਿ ਪੰਜਾਬੀ ਆ ਜਿਹੜੀ ਉਹਦੀਆਂ ਉਪ ਭਾਸ਼ਾਵਾਂ ਦੱਸੀਆਂ ਹੋਈਆਂ ਨੇ ਹੁਣ ਆਪਾਂ ਨੂੰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦੇਖੋ ਇਹਨਾਂ ਉਪ ਭਾਸ਼ਾਵਾਂ ਦੇ ਰਿਲੇਟਡ ਜਿਹੜਾ ਸਰਵੇਖਣ ਕੀਤਾ ਕਿਹਨੇ ਕੀਤਾ? ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤਾ ਗਿਆ ਹੈ ਸਰਵੇਖਣ। ਇਹਨਾਂ ਦੇ ਮੁਤਾਬਿਕ ਦੇਖਦੇ ਹਾਂ ਕਿ ਪੰਜਾਬੀ ਦੀਆਂ ਕੁੱਲ 28 ਉਪ ਭਾਸ਼ਾਵਾਂ ਹਨ। ਇਹਨਾਂ ਵਿੱਚੋਂ ਭਾਰਤੀ ਪੰਜਾਬ ਦੀਆਂ ਮੁੱਖ ਉਪ ਭਾਸ਼ਾਵਾਂ ਮਾਝੀ, ਦੁਆਬੀ, ਮਲਵਈ, ਪੁਆਧੀ ਅਤੇ ਡੋਗਰੀ ਹਨ। ਮਾਝੀ ਭਾਰਤੀ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਦਾ ਟਕਸਾਲੀ ਰੂਪ ਇਸ ਉਪਭਾਸ਼ਾ ਦੇ ਸਭ ਤੋਂ ਨੇੜੇ ਹੈ। ਕਿਹੜੀ ਉਪਭਾਸ਼ਾ ਦੇ? ਮਾਝੀ ਉਪਭਾਸ਼ਾ ਦੇ। ਦੁਆਬੀ ਉਪਭਾਸ਼ਾ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਅੱਗੇ ਹੈ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਮਲਵਈ ਉਪਭਾਸ਼ਾ ਦਾ ਖੇਤਰ ਹੈ। ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਜਿਹੜੀ ਹੈਗੀ ਆ ਪੁਆਧੀ ਉਪਭਾਸ਼ਾ ਦਾ ਖੇਤਰ ਆ। ਡੋਗਰੀ ਭਾਸ਼ਾ ਜੰਮੂ ਅਤੇ ਕਸ਼ਮੀਰ ਦੇ ਪ੍ਰਾਂਤ ਅਤੇ ਜੰਮੂ ਖੇਤਰ ਵਿੱਚ ਬੋਲੀ ਜਾਂਦੀ ਹੈ। ਇਹ ਤਾਂ ਸੀਗੀਆਂ ਪੰਜਾਬ ਦੀਆਂ ਸਾਰੀਆਂ ਭਾਸ਼ਾਵਾਂ ਕਿ ਕਿਹੜੇ ਜ਼ਿਲ੍ਹੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਆ। ਇਹ ਵੀ ਯਾਦ ਰੱਖਣ ਵਾਲਾ, ਇਹਦੇ ਵਿੱਚੋਂ ਵੀ ਕੁਐਸਚਨ ਪੁੱਛ ਲਿਆ ਜਾਂਦਾ ਵਾ। ਜ਼ਿਆਦਾਤਰ ਇਹਦੇ ਵਿੱਚੋਂ ਕੁਐਸਚਨ ਪੰਜਾਬੀ ਵਿਆਕਰਨ ਵਿੱਚ ਪੁੱਛਿਆ ਜਾਂਦਾ ਵਾ। ਅੱਗੇ ਹੈ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। ਅਸੀਂ ਜਿਸ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਰ ਰਹੇ ਹਾਂ ਉਹ ਸਿੰਧ ਨਦੀ ਅਤੇ ਜਮਨਾ ਨਦੀ ਦੇ ਵਿਚਕਾਰ ਦਾ ਇਲਾਕਾ ਹੈ। ਇਸ ਦੇ ਉੱਤਰ ਵਿੱਚ ਹਿਮਾਲਾ ਪਰਬਤ, ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਪਰਬਤ ਅਤੇ ਪੂਰਬ ਵਿੱਚ ਕੀ ਹੈ ਕਿ ਜਮਨਾ ਨਦੀ ਅਤੇ ਦੱਖਣ ਵਿੱਚ ਸਿੰਧ ਅਤੇ ਰਾਜਸਥਾਨ ਦਾ ਥਾਰ ਮਾਰੂਥਲ ਹੈ। ਇਹਦੇ ਬਾਰੇ ਆਪਾਂ ਮੈਪ ਦੇਖ ਕੇ ਡਿਟੇਲ 'ਚ ਪੜ੍ਹਾਂਗੇ। ਹਾਂਜੀ, ਅੱਗੇ ਹੈ ਕਿ ਸਾਨੂੰ ਅਣਵੰਡੇ ਪੰਜਾਬ ਦਾ ਮੈਪ ਦਿੱਤਾ ਹੋਇਆ। ਦੇਖੋ ਇਹਦੇ ਵਿੱਚ ਦੱਸਿਆ ਗਿਆ ਕਿ ਅਣਵੰਡਾ ਪੰਜਾਬ ਜਿਹੜਾ ਸੀ ਉਹਦਾ ਇੱਦਾਂ ਦਾ ਆਕਾਰ ਸੀਗਾ। ਹਿੰਦੂਕੁਸ਼ ਪਰਬਤ ਤੋਂ ਜਿਹੜਾ ਆਪਾਂ ਕਹਿ ਦਈਏ ਲੈ ਕੇ ਇੱਧਰ ਸਤਲੁਜ, ਜੇਹਲਮ, ਦੁਆਬ ਤੱਕ ਜਿਹੜਾ ਹੈਗਾ ਸੀਗਾ ਵੰਡਿਆ ਹੋਇਆ ਸੀਗਾ ਇਹ ਸਿੰਧ ਸਾਗਰ ਦੇ ਵਿੱਚ। ਦੇਖੋ ਸਿੰਧ ਸਾਗਰ ਰਿਵਰ ਇੱਧਰ ਬਿਲਕੁਲ ਲਾਸਟ 'ਤੇ ਪੈ ਰਹੀ ਆ। ਆਪਾਂ ਇੱਥੇ ਪੜ੍ਹਿਆ ਸੀ ਨਾ ਕਿ ਪੰਜਾਬ ਦਾ ਏਰੀਆ ਕਿੱਥੇ ਤੱਕ ਸੀ? ਸਿੰਧ ਨਦੀ ਅਤੇ ਜਮਨਾ ਨਦੀ ਦੇ ਵਿਚਕਾਰ ਦਾ। ਠੀਕ ਹੈ, ਇਹ ਸਾਰਾ ਇਲਾਕਾ ਵਾ। ਅੱਗੇ ਦੇਖਦੇ ਹਾਂ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਹੜੇ ਕਿਹੜੇ 3 ਭਾਗ? ਪਹਿਲੇ ਨੰਬਰ 'ਤੇ ਆ ਗਿਆ ਹਿਮਾਲਾ ਅਤੇ ਉੱਤਰ ਪੱਛਮੀ ਪਰਬਤ ਲੜੀਆਂ। ਇਹ ਪਹਿਲਾ ਪਾਰਟ ਆ ਜਿਹਦੇ ਵਿੱਚ ਪੰਜਾਬ ਨੂੰ ਵੰਡਿਆ ਹੋਇਆ। ਹਿਮਾਲਾ ਪਰਬਤ ਜਿਸ ਨੂੰ ਬਰਫ਼ ਦਾ ਘਰ ਵੀ ਕਿਹਾ ਜਾਂਦਾ ਹੈ ਭਾਰਤ ਦੇ ਉੱਤਰ ਵਿੱਚ ਸਥਿਤ ਹੈ। ਇਸ ਦੀ ਪੱਛਮੀ ਅਤੇ ਪੂਰਬੀ ਲੰਬਾਈ ਜਿਹੜੀ ਹੈ ਲਗਭਗ 2400 ਕਿਲੋਮੀਟਰ ਆ ਅਤੇ ਉੱਤਰ ਅਤੇ ਦੱਖਣ ਵੱਲ ਜਿਹੜੀ ਇਹਦੀ ਚੌੜਾਈ ਆ ਉਹ ਹੈਗੀ ਆ 250 ਕਿਲੋਮੀਟਰ। ਹਿਮਾਲਾ ਵਿੱਚ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ ਜਿਹੜੀ ਕਿਹੜੀ ਆ? ਮਾਊਂਟ ਐਵਰੈਸਟ। ਉਹਦੀ ਉਚਾਈ ਜਿਹੜੀ ਕਿੰਨੀ ਆ? 8848 ਮੀਟਰ 'ਤੇ ਜਿਹੜੀ ਸਥਿਤ ਆ। ਇਹ ਇੰਪੋਰਟੈਂਟ ਆ, ਇਹਦੇ ਵਿੱਚੋਂ ਯਾਦ ਰੱਖਣ ਵਾਲਾ। ਪਰੰਤੂ ਹਿਮਾਲਾ ਦੀਆਂ ਸਾਰੀਆਂ ਪਹਾੜੀਆਂ ਦੀ ਉਚਾਈ ਜਿਹੜੀ ਇਕਸਾਰ ਨਹੀਂ ਹੈ। ਉਚਾਈ ਦੇ ਲਿਹਾਜ਼ ਨਾਲ ਹਿਮਾਲਾ ਪਰਬਤ ਦੀਆਂ 3 ਸ਼੍ਰੇਣੀਆਂ ਹਨ। ਕਿਹੜੀਆਂ ਕਿਹੜੀਆਂ? ਵਿਸ਼ਾਲ ਹਿਮਾਲਾ ਜਿਹਦੀ ਔਸਤ ਉਚਾਈ ਕਿੰਨੀ ਆ? 20000 ਫੁੱਟ। ਮੱਧ ਹਿਮਾਲਾ ਜਿਹਦੀ ਔਸਤ ਉਚਾਈ ਕਿੰਨੀ ਆ? 6000 ਤੋਂ 7000 ਫੁੱਟ। ਬਾਹਰੀ ਹਿਮਾਲਾ ਜਿਹਦੀ ਔਸਤ ਉਚਾਈ ਕਿੰਨੀ ਆ? 4000 ਤੋਂ 5000 ਫੁੱਟ। ਅੱਗੇ ਆਪਾਂ ਨੂੰ ਉੱਪਰ ਇੱਕ ਕੁਐਸਚਨ ਪੁੱਟ ਕੀਤਾ ਕਿ ਕੋਈ 5 ਜਿਹੜੇ ਹੈਗੇ ਆ ਪਹਾੜੀ ਇਲਾਕਿਆਂ ਦੇ ਨਾਮ ਦੱਸਣੇ ਆ ਜਿਹੜੇ ਕੀ ਆ ਪਹਿਲਾਂ ਪੰਜਾਬ 'ਚ ਸੀਗੇ ਹੁਣ ਨਹੀਂ ਹੈਗੇ। ਆਪਾਂ ਉਹ ਲਿਖ ਦਿੰਦੇ ਇੱਥੇ, ਜਿਵੇਂ ਸ਼ਿਮਲਾ, ਮਨਾਲੀ, ਚਾਇਲ, ਇਹ ਤੋਂ ਬਿਨਾਂ ਜਿਹੜਾ ਹੈਗਾ ਸੋਲਨ। ਹਾਂਜੀ, ਇਹ 4 ਪਹਾੜੀ ਇਲਾਕੇ ਨੇ। ਅੱਗੇ ਕੰਟੀਨਿਊ ਕਰਦੇ ਹਾਂ ਲੈਸਨ ਨੂੰ। ਅੱਗੇ ਹੈ ਹਿਮਾਲਾ ਅਤੇ ਉੱਤਰ ਪੱਛਮੀ ਪਰਬਤ ਲੜੀਆਂ। ਇਹਨਾਂ ਬਾਰੇ ਪੜ੍ਹਦੇ ਹਾਂ ਆਪਾਂ। ਪੰਜਾਬ ਦੇ ਉੱਤਰ ਪੱਛਮ ਵਿੱਚ ਹਿਮਾਲਾ ਦੀਆਂ ਸੁਲੇਮਾਨ ਅਤੇ ਕਿਰਥਾਰ ਪਰਬਤ ਸ਼ਾਖਾਵਾਂ ਹਨ। ਉੱਤਰ ਪੱਛਮ ਵਿੱਚ ਕਿਹੜੀਆਂ ਪਹਾੜੀਆਂ ਨੇ? ਹਿਮਾਲਾ ਦੀਆਂ ਸੁਲੇਮਾਨ ਅਤੇ ਕਿਰਥਾਰ। ਇਹ ਪਰਬਤ ਸ਼ਾਖਾਵਾਂ ਜ਼ਿਆਦਾ ਉੱਚੀਆਂ ਨਹੀਂ ਹਨ ਜਿਸ ਕਾਰਨ ਇਹਨਾਂ ਵਿੱਚ ਕਈ ਦਰੇ ਬਣੇ ਹੋਏ ਹਨ। ਇਹਨਾਂ ਵਿੱਚੋਂ ਜਿਹੜੇ ਮੇਨ ਦਰੇ ਨੇ ਉਹ ਕਿਹੜੇ ਨੇ? ਖੈਬਰ ਕੁਰਮ, ਟੋਚੀ, ਗੋਮਲ ਅਤੇ ਦਰਾ ਬੁਲਾਨ ਪ੍ਰਸਿੱਧ ਦਰੇ ਆ। ਇਹਨਾਂ ਦਰਿਆਂ ਨੇ ਹੀ ਜਿਹੜਾ ਕੀ ਆ ਪੰਜਾਬ ਦੇ ਭਾਰਤ ਦੇ ਸੰਪੂਰਨ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਵਾ। ਖੈਬਰ ਦਰਾ ਲਗਭਗ 3500 ਫੁੱਟ ਉਚਾਈ
ਸਭ ਤੋਂ ਮਹੱਤਵਪੂਰਨ ਦਰਾ ਵਾ, ਕਿਹੜਾ ਦਰਾ ਸਭ ਤੋਂ ਮਹੱਤਵਪੂਰਨ ਆ? ਖੈਬਰ। ਇਹ ਕਾਬੁਲ ਅਫਗਾਨਿਸਤਾਨ ਨੂੰ ਪੇਸ਼ਾਵਰ ਪਾਕਿਸਤਾਨ ਨਾਲ ਮਿਲਾਉਂਦਾ ਹੈ। ਪੱਛਮੀ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਵਿਦੇਸ਼ੀ ਹਮਲਾਵਰਾਂ ਇਸ ਦਰੇ ਰਾਹੀਂ ਹੀ ਪੰਜਾਬ ਹੁੰਦੇ ਹੋਏ ਭਾਰਤ ਵਿੱਚ ਦਾਖਲ ਹੋਏ। ਹਾਂਜੀ, ਵਿਦੇਸ਼ੀ ਹਮਲਾਵਰ ਕਿੱਥੋਂ ਦਾਖਲ ਹੋਏ? ਖੈਬਰ ਦਰੇ ਦੇ ਰਾਹੀਂ। ਠੀਕ ਹੈ, ਇਹ ਕੁਐਸਚਨ ਪੁੱਟ ਕਰ ਲਿਆ ਜਾਂਦਾ ਕਈ ਵਾਰ। ਭਾਰਤ ਵਿੱਚ ਦਾਖਲ ਹੋਏ। ਇਹਨਾਂ ਦਰਿਆਂ ਰਾਹੀਂ ਭਾਰਤ ਦਾ ਮੱਧ ਏਸ਼ੀਆ ਨਾਲ ਵਪਾਰ ਹੁੰਦਾ ਰਿਹਾ। ਬੋਲਾਨ ਦਰਾ ਸਭ ਤੋਂ ਚੌੜਾ ਦਰਾ ਹੈ ਜੋ ਕਿ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਵਿੱਚ ਸਥਿਤ ਹੈ। ਹਾਂਜੀ ਦੇਖੋ, ਸਭ ਤੋਂ ਜਿਹੜਾ ਚੌੜਾ ਦਰਾ ਉਹ ਕਿਹੜਾ ਵਾ? ਬੋਲਾਨ। ਅਤੇ ਬੋਲਾਨ ਦਰਾ ਕਿੱਥੇ ਸਥਿਤ ਆ? ਪਾਕਿਸਤਾਨ ਦੇ ਬਲੋਚਿਸਤਾਨ ਜਿਹੜਾ ਪ੍ਰਾਂਤ ਆ ਉਹਦੇ ਵਿੱਚ ਇਹ ਸਥਿਤ ਆ। ਅੱਗੇ ਕੰਟੀਨਿਊ ਕਰਦੇ ਹਾਂ। ਉਪ ਪਰਬਤੀ ਖੇਤਰ ਹਿਮਾਲਾ ਦੀਆਂ ਪੀਰ ਪੰਜਾਲ ਸ਼ਾਖਾਵਾਂ ਦੇ ਦੱਖਣ ਵਿੱਚ ਸਿਵਾਲਿਕ ਅਤੇ ਕਸ਼ੌਲੀ ਦੀਆਂ ਜਿਹੜੀਆਂ ਪਹਾੜੀਆਂ ਦੇ ਢਲਾਣੀ ਖੇਤਰ ਨੂੰ ਪੰਜਾਬ ਦਾ ਤਰਾਈ ਜਾਂ ਉਪ ਪਰਬਤੀ ਖੇਤਰ ਕਿਹਾ ਜਾਂਦਾ ਵਾ। ਇਸ ਖੇਤਰ ਵਿੱਚ ਪਹਾੜੀਆਂ ਦੀ ਔਸਤ ਉਚਾਈ 1000 ਤੋਂ 3000 ਫੁੱਟ ਹੈ। ਇਸ ਵਿੱਚ ਸਿਆਲਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਾਂਗੜਾ, ਊਨਾ, ਅੰਬਾਲਾ ਦੇ ਇਲਾਕੇ ਜਿਹੜੇ ਆ ਸ਼ਾਮਲ ਆ। ਇੱਥੇ ਵਰਖਾ ਤਾਂ ਬਹੁਤ ਹੁੰਦੀ ਹੈ ਪਰ ਮਿੱਟੀ ਰੇਤਲੀ ਅਤੇ ਪਥਰੀਲੀ ਹੋਣ ਕਾਰਨ ਜ਼ਿਆਦਾ ਜਿਹੜੀ ਕੀ ਆ ਉਪਜਾਊ ਨਹੀਂ ਹੈਗੀ। ਇੱਥੇ ਦੀਆਂ ਮੁੱਖ ਫਸਲਾਂ ਚਾਵਲ, ਮੱਕੀ, ਆਲੂ ਅਤੇ ਕਣਕ ਹਨ। ਇਹ ਇਲਾਕਾ ਪ੍ਰਕਿਰਤਿਕ ਸੁੰਦਰਤਾ ਨਾਲ ਭਰਪੂਰ ਹੈ। ਅੱਗੇ ਕੰਟੀਨਿਊ ਕਰਦੇ ਹਾਂ। ਮੈਦਾਨੀ ਭਾਗ ਆ ਜਿਹੜਾ ਪੰਜਾਬ ਦਾ। ਪੰਜਾਬ ਦੇ ਉਪ ਪਰਬਤੀ ਖੇਤਰ ਦੇ ਹੇਠਾਂ ਦੱਖਣ ਵਾਲੇ ਪਾਸੇ ਸਿੰਧ ਨਦੀ ਤੋਂ ਲੈ ਕੇ ਜਮਨਾ ਨਦੀ ਤੱਕ ਜਿਹੜਾ ਕੀ ਆ ਮੈਦਾਨੀ ਖੇਤਰ ਹੈ ਜੋ ਪੰਜਾਬ ਦੀਆਂ ਨਦੀਆਂ ਦੁਆਰਾ ਹਿਮਾਲਾ ਤੋਂ ਬਹਾ ਕੇ ਲਿਆਈ ਗਈ ਜਲੋੜ ਮਿੱਟੀ ਤੋਂ ਬਣਿਆ ਹੈ। ਇਹ ਪੰਜਾਬ ਦਾ ਸਭ ਤੋਂ ਵੱਡਾ ਭਾਗ ਹੈ। ਇਸ ਖੇਤਰ ਨੂੰ ਮੁੱਖ ਤੌਰ 'ਤੇ 3 ਭਾਗਾਂ ਵਿੱਚ ਵੰਡਿਆ ਗਿਆ ਵਾ। ਅੱਗੇ ਜਿਹੜਾ ਪੰਜਾਬ ਦਾ ਮੈਦਾਨੀ ਖੇਤਰ ਉਹਨੂੰ ਵੀ ਪਹਿਲਾਂ ਹੈਗਾ 5 ਦੁਆਬ। ਅਕਬਰ ਦੇ ਸਮੇਂ ਇਸ ਪੰਜਾਬ ਨੂੰ 5 ਦੁਆਬਿਆਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਦੁਆਬਿਆਂ ਦੇ ਨਾਂ ਉਹਨਾਂ ਦੋਹਾਂ ਨਦੀਆਂ ਦੇ ਨਾਂ ਦੇ ਪਹਿਲੇ ਅੱਖਰਾਂ ਨਾਲ ਜੁੜ ਕੇ ਜਿਹੜਾ ਸੀ ਬਣਾਇਆ ਗਿਆ ਸੀ। ਜਿਨ੍ਹਾਂ ਨਦੀਆਂ ਦੇ ਕੀ ਆ ਵਿਚਕਾਰ ਉਹ ਇਲਾਕਾ ਪੈਂਦਾ ਸੀ। ਆਓ ਦੇਖਦੇ ਹਾਂ। ਇਹ ਵੰਡ ਅਤੇ ਨਾਮਕਰਨ ਅਕਬਰ ਦੇ ਸਮੇਂ ਤੋਂ ਅੱਜ ਤੱਕ ਉਸੇ ਤਰ੍ਹਾਂ ਹੀ ਮੌਜੂਦ ਆ। ਸਭ ਤੋਂ ਪਹਿਲਾਂ ਹੈਗਾ ਸਿੰਧ ਸਾਗਰ ਦੁਆਬ। ਇਸ ਦੁਆਬ ਦਾ ਖੇਤਰ ਸਿੰਧ ਅਤੇ ਜੇਹਲਮ ਨਦੀ ਦੇ ਵਿਚਕਾਰ ਫੈਲਿਆ ਹੋਇਆ ਹੈ। ਇਹ ਕੀ ਆ? ਦੁਆਬ ਘੱਟ ਉਪਜਾਊ ਆ। ਠੀਕ ਹੈ ਜੀ। ਅੱਗੇ ਹੈ ਚੱਜ ਦੁਆਬ। ਹੁਣ ਪਹਿਲਾਂ ਕੀ ਚੱਜ ਦੁਆਬ ਦਾ ਨਾਮ ਕਿਵੇਂ ਪਿਆ ਵਾ? ਚੱਚੇ ਤੋਂ ਮਤਲਬ ਚਨਾਬ, ਜੱਜੇ ਤੋਂ ਮਤਲਬ ਜੇਹਲਮ। ਚਨਾਬ ਅਤੇ ਜੇਹਲਮ ਦਾ ਜਿਹੜਾ ਵਿਚਕਾਰਲਾ ਇਲਾਕਾ ਉਹਦੇ ਵਿੱਚ ਦੇਖੋ ਚਨਾਬ ਤੋਂ ਚੱਚਾ ਲੈ ਲਿਆ, ਜੇਹਲਮ ਤੋਂ ਜੱਜਾ ਲੈ ਲਿਆ ਤਾਂ ਕੀ ਬਣ ਗਿਆ? ਚੱਜ ਦਾ ਇਲਾਕਾ ਬਣ ਗਿਆ ਦੁਆਬ। ਚੱਜ ਦੁਆਬ ਜਿਹੜਾ ਇਸ ਤਰ੍ਹਾਂ ਦਾ ਨਾਮ ਪਿਆ ਵਾ। ਅਤੇ ਇਹ ਦੁਆਬ ਸਿੰਧ ਸਾਗਰ ਦੁਆਬ ਨਾਲੋਂ ਵਧੇਰੇ ਉਪਜਾਊ ਹੈ। ਅੱਗੇ ਹੈ ਰਚਨਾ ਦੁਆਬ। ਇਹ ਦੁਆਬ ਦਰਿਆ ਰਾਵੀ ਅਤੇ ਚਨਾਬ ਦੇ ਵਿਚਕਾਰ ਹੈ। ਇਹ ਇਲਾਕਾ ਵੀ ਬਹੁਤ ਉਪਜਾਊ ਹੈ। ਦੇਖੋ ਰਾਵੀ ਦਾ ਰਾਰਾ ਲੈ ਲਿਆ, ਠੀਕ ਹੈ, ਚਨਾਬ ਦਾ ਚਨਾ ਲੈ ਲਿਆ ਤਾਂ ਕੀ ਬਣ ਗਿਆ? ਰਚਨਾ ਦੁਆਬ ਜਿਹੜਾ ਵਾ ਬਣ ਗਿਆ। ਅੱਗੇ ਆਪਾਂ ਨੂੰ ਇੰਪੋਰਟੈਂਟ ਜਿਹੜੇ ਹੈਗੇ ਆ ਦੁਆਬਿਆਂ ਦੇ ਨਾਂ ਦਿੱਤੇ ਹੋਏ ਆ। ਨਦੀਆਂ ਅਤੇ ਆਬ ਦੇ ਪ੍ਰਸਿੱਧ ਸ਼ਹਿਰ ਦੱਸੇ ਹੋਏ ਆ ਕਿਹੜੇ ਕਿਹੜੇ ਆ। ਠੀਕ ਆ, ਇਹ ਇੰਪੋਰਟੈਂਟ ਆ, ਇਹਨੂੰ ਲਰਨ ਕਰ ਲਓ ਜ਼ਰੂਰ। ਸਭ ਤੋਂ ਪਹਿਲੇ ਨੰਬਰ ਦਿੱਤਾ ਸਿੰਧ ਸਾਗਰ ਦੁਆਬ। ਇਹ ਕਿਹੜੇ ਦਰਿਆਵਾਂ ਦੇ ਵਿਚਕਾਰ ਆ ਜਾਂ ਨਦੀਆਂ ਦੇ? ਸਿੰਧੂ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਆ। ਅਤੇ ਇਹਦੇ ਪ੍ਰਸਿੱਧ ਸ਼ਹਿਰ ਕਿਹੜੇ ਕਿਹੜੇ ਆ? ਜੇਹਲਮ, ਰਾਵਲਪਿੰਡੀ, ਅਟਕ ਅਤੇ ਮੀਆਂਵਾਲੀ। ਅੱਗੇ ਕੰਟੀਨਿਊ ਕਰਦੇ ਹਾਂ। ਚੱਜ ਦੁਆਬ ਕਿਹੜੇ ਦਰਿਆਵਾਂ ਦੇ ਵਿਚਕਾਰ ਆ? ਚਨਾਬ ਅਤੇ ਜੇਹਲਮ। ਅਤੇ ਇਹਦੇ ਪ੍ਰਸਿੱਧ ਸ਼ਹਿਰ ਹੈਗੇ ਆ ਝੰਗ, ਗੁਜਰਾਤ, ਸ਼ਾਹਕੋਟ। ਫਿਰ ਹੈਗਾ ਰਚਨਾ ਦੁਆਬ। ਇਹ ਰਾਵੀ ਅਤੇ ਚਨਾਬ ਦੇ ਵਿਚਕਾਰ ਆ। ਇਹਦੇ ਸ਼ਹਿਰ ਹੈਗੇ ਆ ਗੁਜਰਾਂਵਾਲਾ, ਸਿਆਲਕੋਟ। ਠੀਕ ਹੈ, ਇਹ ਤੋਂ ਬਾਅਦ ਫਿਰ ਆਪਾਂ ਨੂੰ ਦਿੱਤਾ ਹੋਇਆ ਵਾ ਰਚਨਾ ਦੁਆਬ ਲਿਖਿਆ ਹੋਇਆ। ਇਹ ਵੀ ਕਿਹਦੇ ਵਿਚਕਾਰ ਆ? ਸੌਰੀ, ਇੱਥੇ ਰਚਨਾ ਜਿਹੜਾ ਹੈਗਾ ਮਿਸਪ੍ਰਿੰਟ ਹੋਈ ਆ ਬੁੱਕ ਦੇ ਵਿੱਚ। ਇੱਥੇ ਰਚਨਾ ਨਹੀਂ ਹੈਗਾ, ਇੱਥੇ ਅਸਲ ਵਿੱਚ ਬਾਰੀ ਦੁਆਬ ਆ। ਠੀਕ ਹੈ ਜੀ। ਬਾਰੀ ਦੁਆਬ ਆ ਜਿਹੜਾ ਉਹ ਦਰਿਆ ਬਿਆਸ ਅਤੇ ਰਾਵੀ ਦੇ ਵਿਚਕਾਰ ਸਥਿਤ ਆ। ਅਤੇ ਉਹਦੇ ਜ਼ਿਲ੍ਹੇ ਹੈਗੇ ਆ ਸ਼ਹਿਰ ਜਾਂ ਆਪਾਂ ਕਹਿ ਦਈਏ ਪ੍ਰਸਿੱਧ ਅੰਮ੍ਰਿਤਸਰ ਅਤੇ ਲਾਹੌਰ। ਫਿਰ ਇਹ ਬਿਸਤ ਦੁਆਬ। ਬਿਸਤ ਦੁਆਬ ਆ ਜਿਹੜਾ ਉਹ ਹੈਗਾ ਬਿਆਸ ਅਤੇ ਸਤਲੁਜ ਦੇ ਵਿਚਕਾਰ। ਇਹਦੇ ਜਿਹੜੇ ਮੇਨ ਸ਼ਹਿਰ ਨੇ ਉਹ ਹੈਗੇ ਨੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ। ਅੱਗੇ ਕੰਟੀਨਿਊ ਕਰਦੇ ਹਾਂ। ਬਾਰੀ ਦੁਆਬ। ਇਹ ਦੁਆਬ ਬਿਆਸ ਅਤੇ ਰਾਵੀ ਨਦੀਆਂ ਦੇ ਵਿਚਕਾਰ ਫੈਲਿਆ ਹੋਇਆ ਹੈ। ਬਾਰੀ ਦੁਆਬ ਪੰਜਾਬ ਦੇ ਮੱਧ ਵਿੱਚ ਸਥਿਤ ਹੋਣ ਕਾਰਨ ਇਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ। ਅਤੇ ਇਹ ਦੁਆਬਾ ਕਾਫੀ ਉਪਜਾਊ ਹੈ। ਅੱਗੇ ਹੈ ਜੀ ਬਿਸਤ ਜਲੰਧਰ ਦੁਆਬ। ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਸਥਿਤ ਇਲਾਕੇ ਨੂੰ ਬਿਸਤ ਜਲੰਧਰ ਦੁਆਬ ਦੇ ਨਾਂ ਨਾਲ
ਜਾਣਿਆ ਜਾਂਦਾ ਹੈ। ਇਸ ਇਲਾਕੇ ਦਾ ਪ੍ਰਚਲਿਤ ਨਾਂ ਦੁਆਬਾ ਹੈ ਅਤੇ ਇਹ ਇਲਾਕਾ ਵੀ ਕੀ ਆ, ਬਹੁਤ ਉਪਜਾਊ ਆ। ਅੱਗੇ ਦੇਖਦੇ ਹਾਂ, ਮਾਲਵਾ ਅਤੇ ਬਾਂਗਰ। ਪੰਜਾਬ ਦੇ ਸਤਲੁਜ ਦਰਿਆ ਤੋਂ ਜਮਨਾ ਨਦੀ ਦੇ ਵਿਚਕਾਰ ਵਿਸ਼ਾਲ ਮੈਦਾਨੀ ਇਲਾਕਾ ਹੈ, ਜਿਸ ਨੂੰ ਮਾਲਵਾ ਅਤੇ ਬਾਂਗਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਠੀਕ ਹੈ ਜੀ, ਹੁਣ ਇਹਨਾਂ ਬਾਰੇ ਆਪਾਂ ਡਿਟੇਲ 'ਚ ਪੜ੍ਹਦੇ ਹਾਂ ਕਿ ਮਾਲਵਾ ਅਤੇ ਬਾਂਗਰ ਦੇ ਏਰੀਆ ਕੀ ਆ। ਸਭ ਤੋਂ ਪਹਿਲਾਂ ਹੈ ਮਾਲਵਾ। ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਦੇ ਇਲਾਕੇ ਨੂੰ ਮਾਲਵਾ ਆਖਦੇ ਹਨ। ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ। ਇਸ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆ ਗਏ ਹੁਣ ਉਹ ਦੇਖਦੇ ਹਾਂ। ਪਟਿਆਲਾ, ਰੋਪੜ, ਸਰਹਿੰਦ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮਾਨਸਾ, ਫਾਜ਼ਿਲਕਾ। ਇਹ ਜ਼ਿਲ੍ਹੇ ਜਿਹੜੇ ਜਾਂ ਨਗਰ ਨੇ ਕਿਹਦੇ ਵਿੱਚ ਆਉਂਦੇ ਆ, ਮਾਲਵੇ ਦੇ ਖੇਤਰ ਵਿੱਚ ਆਉਂਦੇ ਆ। ਅੱਗੇ ਹੈਗਾ ਬਾਂਗਰ। ਬਾਂਗਰ ਵਿੱਚ ਕਿਹੜੇ ਏਰੀਏ ਆਉਂਦੇ ਆ, ਘੱਗਰ ਅਤੇ ਜਮਨਾ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਵਾ। ਇਸ ਨੂੰ ਹਰਿਆਣਾ ਦੇ ਨਾਂ ਨਾਲ ਵੀ ਕੀ ਆ, ਜਾਣਿਆ ਜਾਂਦਾ। ਇਸ ਖੇਤਰ ਵਿੱਚ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਕਰਨਾਲ, ਥਾਨੇਸਰ, ਰੋਹਤਕ, ਜੀਂਦ, ਗੁੜਗਾਉਂ ਜਾਂ ਗੁਰੂਗ੍ਰਾਮ ਜਿਹੜਾ ਇਹ ਪ੍ਰਸਿੱਧ ਨਗਰ ਸ਼ਾਮਿਲ ਹਨ। ਅੱਗੇ ਕੰਟੀਨਿਊ ਕਰਦੇ ਹਾਂ। ਦਿੱਤਾ ਆਪਾਂ ਨੂੰ ਉਹ ਦੇਖੋ, ਇੰਪੋਰਟੈਂਟ ਫੈਕਟ ਕਿਹੜਾ ਦਿੱਤਾ ਹੋਇਆ ਵਾ ਕਿ ਕੀ ਤੁਸੀਂ ਜਾਣਦੇ ਹੋ ਕਿ ਮਹਾਂਭਾਰਤ ਦਾ ਯੁੱਧ, ਪਾਣੀਪਤ ਦੇ 3 ਯੁੱਧ ਅਤੇ ਤਰਾਇਨ ਦੇ 2 ਯੁੱਧ ਬਾਂਗਰ ਦੇ ਮੈਦਾਨੀ ਖੇਤਰ ਵਿੱਚ ਹੀ ਲੜੇ ਗਏ ਹਨ। ਠੀਕ ਹੈ, ਇਹ ਬਾਂਗਰ ਦੇ ਏਰੀਏ ਵਿੱਚ ਲੜੇ ਗਏ ਆ ਇਹ ਇੰਨੇ ਫੇਮਸ ਜਿਹੜੇ ਵੀ ਯੁੱਧ ਹੋਏ ਆ। ਅੱਗੇ ਹੈ ਦੱਖਣ ਪੱਛਮ ਦੇ ਮਾਰੂਥਲ। ਪੰਜਾਬ ਦੇ ਦੁਆਬਿਆਂ ਦੇ ਹੇਠਲੇ ਪਾਸੇ ਦੱਖਣ ਪੱਛਮ ਵਿੱਚ ਘੱਟ ਵਰਖਾ ਵਾਲਾ ਰੇਤਲਾ ਇਲਾਕਾ ਹੈ ਜੋ ਕਿ ਉਪਜਾਊ ਨਹੀਂ ਹੈ। ਇਹ ਇਲਾਕਾ ਹੁਣ ਪਾਕਿਸਤਾਨ ਵਿੱਚ ਹੈ, ਜਿਸ ਵਿੱਚ ਸਿੰਧ, ਮੁਲਤਾਨ ਅਤੇ ਬਹਾਵਲਪੁਰ ਦੇ ਇਲਾਕੇ ਜਿਹੜੇ ਨੇ ਸ਼ਾਮਿਲ ਹਨ। ਮੌਜੂਦਾ ਪੰਜਾਬ ਦੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਵੀ ਜਿਹੜੇ ਕੁਝ ਖੇਤਰ ਆ ਇਹਦੇ ਵਿੱਚ ਸ਼ਾਮਿਲ ਆ। ਕਿਹਦੇ ਵਿੱਚ, ਜਿਹੜਾ ਮਾਰੂਥਲੀ ਹੈ ਦੱਖਣੀ, ਉਹਦੇ ਵਿੱਚ ਸ਼ਾਮਿਲ ਨੇ ਇਹ ਏਰੀਏ। ਅੱਗੇ ਇੱਕ ਫੇਰ ਇੰਪੋਰਟੈਂਟ ਫੈਕਟ ਦਿੱਤਾ, ਕੀ ਤੁਸੀਂ ਜਾਣਦੇ ਹੋ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ? ਹਾਂਜੀ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇੱਥੇ ਦਰੇ ਜਿਹੜੇ ਕੀ ਆ, ਪਹਾੜਾਂ ਵਿੱਚੋਂ ਲੰਘਣ ਲਈ ਕੁਦਰਤ ਵੱਲੋਂ ਬਣਾਏ ਗਏ ਉਹ ਰਸਤੇ ਹਨ ਜਿਨ੍ਹਾਂ ਰਾਹੀਂ ਪਹਾੜਾਂ ਤੋਂ ਪਾਰ ਲੰਘਿਆ ਜਾ ਸਕਦਾ। ਅਤੇ ਕੋਈ ਵੀ ਵਿਦੇਸ਼ੀ ਜਿਹੜਾ ਸੀਗਾ ਜਦੋਂ ਹਮਲਾ ਕਰਦਾ ਸੀਗਾ, ਠੀਕ ਹੈ, ਦੱਖਣ ਪੱਛਮ ਤੋਂ ਜਾਂ ਉੱਤਰ ਪੱਛਮ ਤੋਂ, ਤਾਂ ਕੀ ਸੀ ਕਿ ਉਹਨਾਂ ਦਰਿਆ ਨੂੰ ਲੰਘ ਕੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਹੀ ਪ੍ਰਵੇਸ਼ ਕਰਦਾ ਸੀ। ਤਾਂ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਵਾ। ਅੱਗੇ ਦੇਖਦੇ ਹਾਂ, ਪੰਜਾਬ ਦੀ ਭੂਗੋਲਿਕ ਸਥਿਤੀ ਦਾ ਇਤਿਹਾਸ 'ਤੇ ਪ੍ਰਭਾਵ। ਹੁਣ ਇਹਦੀ ਜਿਹੜੀ ਇੱਦਾਂ ਦੀ ਭੂਗੋਲਿਕ ਕੰਡੀਸ਼ਨ ਰਹੀ ਆ, ਉਹਦਾ ਕੀ ਜਿਹੜਾ ਹੈਗਾ ਪੰਜਾਬ ਦੀ ਹਿਸਟਰੀ 'ਤੇ ਇਫੈਕਟ ਪਿਆ ਵਾ ਉਹ ਦੇਖਦੇ ਹਾਂ। ਕਿਸੇ ਵੀ ਖੇਤਰ ਦੀ ਭੂਗੋਲਿਕ ਸਥਿਤੀ ਉੱਥੋਂ ਦੇ ਇਤਿਹਾਸ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਸ ਦੇ ਇਤਿਹਾਸ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ ਹੈ। ਇੱਥੋਂ ਦੀ ਖੁਸ਼ਹਾਲੀ ਨੇ ਵਿਦੇਸ਼ੀ ਹਮਲਾਵਰਾਂ ਨੂੰ ਹਮੇਸ਼ਾ ਹੀ ਆਪਣੇ ਵੱਲ ਖਿੱਚਿਆ ਹੈ। ਪੰਜਾਬ ਨੂੰ ਭਾਰਤ ਦਾ ਸੁਰੱਖਿਆ ਦੁਆਰ ਜਿਹੜਾ ਸੀਗਾ, ਪੰਜਾਬ ਭਾਰਤ ਦਾ ਸੁਰੱਖਿਆ ਦੁਆਰ ਸੀਗਾ ਜਿਹਨੂੰ ਪਾਰ ਕਰਕੇ ਹੀ ਭਾਰਤ ਨੂੰ ਜਿੱਤਿਆ ਜਾ ਸਕਦਾ ਸੀਗਾ। ਠੀਕ ਹੈ, ਪੰਜਾਬ ਦੇ ਇਤਿਹਾਸ ਉੱਪਰ ਇਸ ਦੀ ਭੂਗੋਲਿਕ ਸਥਿਤੀ ਨੇ ਜੋ ਪ੍ਰਭਾਵ ਪਾਏ ਉਹ ਇਸ ਤਰ੍ਹਾਂ ਦਿੱਤੇ ਹੋਏ ਆ। ਪਹਿਲਾਂ ਰਾਜਨੀਤਿਕ ਖੇਤਰ ਵਿੱਚ ਵੀ ਪਏ ਆ, ਸੰਸਕ੍ਰਿਤ ਅਤੇ ਸਮਾਜਿਕ ਖੇਤਰ ਵਿੱਚ ਵੀ ਪ੍ਰਭਾਵ ਪਏ ਆ, ਧਾਰਮਿਕ ਖੇਤਰ 'ਤੇ ਵੀ ਅਤੇ ਆਰਥਿਕ ਖੇਤਰ ਵਿੱਚ ਵੀ। ਅੱਗੇ ਆਪਾਂ ਇਹਨਾਂ ਨੂੰ ਡਿਟੇਲ 'ਚ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਰਾਜਨੀਤਿਕ ਖੇਤਰ ਵਿੱਚ ਪ੍ਰਭਾਵ। ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ। ਪੰਜਾਬ ਦੇ ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਪਹਾੜੀਆਂ ਵਿੱਚ ਸਥਿਤ ਦਰੇ ਵਿਦੇਸ਼ੀ ਹਮਲਾਵਰਾਂ ਲਈ ਹਮੇਸ਼ਾ ਹੀ ਭਾਰਤ ਦਾ ਪ੍ਰਵੇਸ਼ ਦੁਆਰ ਰਹੇ ਹਨ। 18ਵੀਂ ਸਦੀ ਤੱਕ ਭਾਰਤ ਵਿੱਚ ਇਰਾਨੀ, ਯੂਨਾਨੀ, ਸ਼ਕ, ਹੂਣ, ਕੁਸ਼ਾਨ, ਤੁਰਕ, ਮੰਗੋਲ ਅਤੇ ਮੁਗਲ ਆਦਿ ਵਿਦੇਸ਼ੀ ਹਮਲਾਵਰ ਇਹਨਾਂ ਦਰਿਆਂ ਰਾਹੀਂ ਹੀ ਕੀ ਆ ਕਿ ਭਾਰਤ ਆਏ, ਕਿਉਂਕਿ ਇਹ ਦਰੇ ਉਹਨਾਂ ਨੂੰ ਕੀ ਸੀ, ਮੱਧ ਏਸ਼ੀਆ ਤੋਂ ਸਿੱਧਾ ਪੰਜਾਬ ਦੀ ਧਰਤੀ 'ਤੇ ਪਹੁੰਚਾ ਦਿੰਦੇ ਸੀ। ਅੱਗੇ ਕੰਟੀਨਿਊ ਕਰਦੇ ਹਾਂ ਕਿ ਪੰਜਾਬ ਜਿਹੜਾ ਸੀਗਾ ਯੁੱਧਾਂ ਦਾ ਮੈਦਾਨ ਸੀਗਾ। ਦਿੱਲੀ ਜਿੱਤਣ ਵਾਲੇ ਸਾਰੇ ਹਮਲਾਵਰਾਂ ਨੂੰ ਪੰਜਾਬ ਵਿੱਚੋਂ ਹੀ ਲੰਘਣਾ ਪੈਂਦਾ ਸੀ। ਇਸ ਲਈ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਹੀ ਕਰਦੇ ਸਨ। ਭਾਰਤੀ ਇਤਿਹਾਸ ਦੇ ਕਈ ਮਹੱਤਵਪੂਰਨ ਯੁੱਧ ਪੰਜਾਬ ਦੇ ਮੈਦਾਨਾਂ ਵਿੱਚ ਲੜੇ ਗਏ। ਕਰੀ ਵਿੱਚ ਸਿਕੰਦਰ ਪੋਰਸ ਦਾ ਯੁੱਧ ਹੋਇਆ ਸੀ, ਤਰਾਇਨ ਵਿੱਚ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦਾ ਯੁੱਧ ਹੋਇਆ ਸੀ, ਅਤੇ ਪਾਣੀਪਤ ਦੀਆਂ 3 ਲੜਾਈਆਂ ਜਿਹੜੀਆਂ ਸੀਗੀਆਂ ਉਹ ਵੀ ਭਾਰਤੀ ਇਤਿਹਾਸ ਨੂੰ ਉਹਨਾਂ ਨੇ ਵੀ ਬਦਲ ਕੇ ਰੱਖਤਾ ਸੀ। ਇਹ ਸਾਰੇ ਯੁੱਧ ਜਿਹੜੇ ਸੀ ਪੰਜਾਬ ਵਿੱਚ ਹੋਏ ਸੀ। ਅੱਗੇ ਹੈ ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਦਾ ਜਿਹੜਾ ਪ੍ਰਭਾਵ।
ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ। ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਸਮਕਾਲੀ ਸ਼ਾਸਕਾਂ ਦੇ ਵਿਰੁੱਧ ਜਿਹੜਾ ਸੀ ਸੰਘਰਸ਼ ਕਰਨ ਲਈ ਜੰਗਲਾਂ ਅਤੇ ਪਹਾੜਾਂ ਵਿੱਚ ਜਿਹੜੀ ਸੀ ਸ਼ਰਨ ਲੈ ਲਈ ਸੀ ਅਤੇ ਉੱਥੋਂ ਹੀ ਜਿਹੜਾ ਸੀਗਾ ਉਹਨਾਂ ਦਾ ਸਾਹਮਣਾ ਕੀਤਾ ਸੀ। ਇੱਧਰ ਦੇਖਦੇ ਹਾਂ ਅੱਗੇ, ਸ਼ਰਨ ਲਈ ਅਤੇ ਗਰੀਲਾ ਯੁੱਧ ਨੀਤੀ ਜਿਹੜੀ ਸੀ ਅਪਣਾਈ ਸੀ। ਇਸ ਤਰ੍ਹਾਂ ਸਿੱਖ ਪੰਜਾਬ ਵਿੱਚ ਆਪਣਾ ਸੁਤੰਤਰ ਰਾਜ ਸਥਾਪਿਤ ਕਰ ਸਕੇ। ਅੱਗੇ ਹੈਗਾ ਅੰਗਰੇਜ਼ਾਂ ਦਾ ਪੰਜਾਬ ਵਿੱਚ ਪ੍ਰਵੇਸ਼। ਅੰਗਰੇਜ਼ ਭਾਰਤ ਦੇ ਪੂਰਬੀ ਤੱਟ ਵੱਲੋਂ ਜਲ ਮਾਰਗ ਰਾਹੀਂ ਜਿਹੜਾ ਸੀ ਭਾਰਤ ਵਿੱਚ ਦਾਖਲ ਹੋਏ ਸੀ। ਉਹ ਹੌਲੀ ਹੌਲੀ ਉੱਤਰ ਵੱਲ ਵਧੇ। ਪੰਜਾਬ ਦੀ ਰਾਜਨੀਤਿਕ ਅਤੇ ਭੂਗੋਲਿਕ ਸਥਿਤੀ ਕਾਰਨ ਹੀ ਜਿਹੜਾ ਸੀਗਾ ਅੰਗਰੇਜ਼ ਪੰਜਾਬ ਨੂੰ ਸਭ ਤੋਂ ਬਾਅਦ ਵਿੱਚ ਜਿਹੜੇ ਸੀ ਭਾਰਤੀ ਬ੍ਰਿਟਿਸ਼ ਰਾਜ ਵਿੱਚ ਮਿਲਾ ਸਕੇ ਸੀਗੇ। ਕਿਉਂਕਿ ਪੂਰਬ ਵੱਲੋਂ ਐਂਟਰ ਕੀਤਾ ਸੀ ਤਾਂ ਪੰਜਾਬ ਜਿਹੜਾ ਸੀਗਾ ਦੂਸਰੇ ਤੋਂ ਓਪੋਜ਼ਿਟ ਸਾਈਡ ਰਹਿ ਗਿਆ ਸੀਗਾ। ਅੱਗੇ ਹੈ ਸੰਸਕ੍ਰਿਤਿਕ ਅਤੇ ਸਮਾਜਿਕ ਖੇਤਰ ਵਿੱਚ ਪ੍ਰਭਾਵ। ਪੰਜਾਬੀਆਂ ਦੀ ਵਿਸ਼ੇਸ਼ ਸੰਸਕ੍ਰਿਤੀ। ਮੱਧ ਏਸ਼ੀਆ ਵੱਲੋਂ ਆਉਣ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਸਭ ਤੋਂ ਪਹਿਲਾਂ ਪੰਜਾਬ ਵਿੱਚ ਆਏ। ਇਹਨਾਂ ਵਿੱਚੋਂ ਕੁਝ ਹਮਲਾਵਰ ਪੰਜਾਬ ਵਿੱਚ ਹੀ ਵੱਸ ਗਏ ਅਤੇ ਉਹਨਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਵੀ ਕਰਵਾ ਲਏ। ਇਹਨਾਂ ਦੀਆਂ ਪੀੜ੍ਹੀਆਂ ਨੂੰ ਹਿੰਦੂਆਂ ਨੇ ਆਪਣੀ ਜਾਤ ਵਿੱਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਕਈ ਨਵੀਆਂ ਜਿਹੜੀਆਂ ਜਾਤੀਆਂ ਸੀ ਉਹਨਾਂ ਦਾ ਜਨਮ ਹੋਇਆ। ਦੇਖੋ ਇਹ ਇੰਪੋਰਟੈਂਟ ਫੈਕਟ ਹੈ, ਇਹਦੇ ਵਿੱਚੋਂ ਇਹ ਵੀ ਪਤਾ ਲੱਗਦਾ ਵੀ ਜਿਹੜੀਆਂ ਨਵੀਆਂ ਜਾਤੀਆਂ ਉਹਨਾਂ ਦੀ ਉਤਪੱਤੀ ਕਿਵੇਂ ਹੋਈ ਆ। ਇਸ ਤਰ੍ਹਾਂ ਪੰਜਾਬ ਵਿੱਚ ਇੱਕ ਮਿਲੀ ਜੁਲੀ ਨਵੀਂ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਜਨਮ ਹੋਇਆ। ਇਸ ਤੋਂ ਇਲਾਵਾ ਜਦ ਵੀ ਇਹ ਹਮਲਾਵਰ ਇੱਥੋਂ ਵਾਪਸ ਗਏ ਤਾਂ ਇੱਥੇ ਦੀ ਸੰਸਕ੍ਰਿਤੀ ਵੀ ਆਪਣੇ ਨਾਲ ਲੈ ਗਏ, ਜਿਸ ਕਾਰਨ ਵਿਦੇਸ਼ਾਂ ਵਿੱਚ ਭਾਰਤੀ ਸੰਸਕ੍ਰਿਤੀ ਦਾ ਪ੍ਰਸਾਰ ਅਤੇ ਪ੍ਰਚਾਰ ਹੋਇਆ। ਅੱਗੇ ਦੇਖਦੇ ਹਾਂ ਪੰਜਾਬੀਆਂ ਦੇ ਵਿਸ਼ੇਸ਼ ਗੁਣ। ਪੰਜਾਬ ਦੇ ਲੋਕਾਂ ਨੂੰ ਬਾਰ-ਬਾਰ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਪੰਜਾਬੀ ਹਮੇਸ਼ਾ ਹੀ ਯੁੱਧ ਵਿੱਚ ਕੀ ਸੀ ਰੁੱਝੇ ਰਹਿੰਦੇ ਸੀ, ਜਿਹਦੇ ਕਾਰਨ ਪੰਜਾਬੀਆਂ ਵਿੱਚ ਕੀ ਆ ਬਹਾਦਰੀ, ਹਿੰਮਤ, ਮਿਹਨਤ, ਠੀਕ ਆ, ਇਹਨਾਂ ਗੁਣਾਂ ਦਾ ਜਿਹੜਾ ਸੀਗਾ ਵਿਕਾਸ ਹੋਣ ਲੱਗਿਆ ਸੀ। ਕਈ ਜਾਤੀਆਂ, ਉਪਜਾਤੀਆਂ, ਕਬੀਲਿਆਂ ਦੇ ਲੋਕਾਂ ਦਾ ਕੀ ਸੀਗੇ ਸੰਪਰਕ ਵਿੱਚ ਆਉਣ ਨਾਲ ਕੀ ਸੀ ਜਿਹੜੇ ਪੰਜਾਬੀ ਸੀਗੇ ਉਹਨਾਂ ਦਾ ਖਾਣ ਪੀਣ, ਰੀਤੀ ਰਿਵਾਜ, ਭਾਸ਼ਾ, ਰਹਿਣ ਸਹਿਣ ਅਤੇ ਪਹਿਰਾਵਾ ਸੀ, ਇਹਨਾਂ ਸਾਰਿਆਂ ਵਿੱਚ ਚੇਂਜ ਆਉਣ ਲੱਗਿਆ ਸੀ, ਤਬਦੀਲੀ ਆਉਣ ਲੱਗ ਗਈ ਸੀ। ਨੰਬਰ 3 ਹੈ ਕਲਾ ਅਤੇ ਸਾਹਿਤ 'ਤੇ ਕੀ ਪ੍ਰਭਾਵ ਪਿਆ। ਪ੍ਰਾਚੀਨ ਕਾਲ ਵਿੱਚ ਪੰਜਾਬ ਨੇ ਜਿਹੜਾ ਸੀ ਕਲਾ ਅਤੇ ਸਾਹਿਤ ਵਿੱਚ ਬਹੁਤ ਉੱਨਤੀ ਕੀਤੀ ਸੀ, ਪਰ ਸਦੀਆਂ ਤੱਕ ਪੰਜਾਬ 'ਤੇ ਹੁੰਦੇ ਹਮਲਿਆਂ ਕਾਰਨ ਪੰਜਾਬ ਦੀ ਕਲਾ ਅਤੇ ਸਾਹਿਤ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਸਮੇਂ ਦੌਰਾਨ ਵਿਦੇਸ਼ੀ ਸੰਸਕ੍ਰਿਤੀ ਦੇ ਸੰਪਰਕ ਵਿੱਚ ਆਉਣ ਕਾਰਨ ਪੰਜਾਬ ਦੀ ਜਿਹੜੀ ਸੀ ਭਵਨ ਨਿਰਮਾਣ ਕਲਾ ਵਿੱਚ ਗੁੰਬਦ ਅਤੇ ਮਿਹਰਾਬ ਆਦਿ ਦੀ ਵਰਤੋਂ ਹੋਣ ਲੱਗੀ। ਦੇਖੋ ਇਹ ਇੰਪੋਰਟੈਂਟ ਆ ਕਿ ਪੰਜਾਬ ਦੀ ਜਿਹੜੀ ਭਵਨ ਨਿਰਮਾਣ ਕਲਾ ਉਹਦੇ ਵਿੱਚ ਕਿਹਦੀ ਵਰਤੋਂ ਹੋਈ, ਗੁੰਬਦ ਅਤੇ ਮਿਹਰਾਬ ਦੀ। ਅੱਗੇ ਹੈ ਧਾਰਮਿਕ ਖੇਤਰ ਵਿੱਚ ਪ੍ਰਭਾਵ। ਵੈਦਿਕ ਧਰਮ ਦਾ ਜਨਮ ਅਤੇ ਵਿਕਾਸ। ਵੈਦਿਕ ਧਰਮ ਦਾ ਆਰੰਭ ਵੇਦਾਂ ਤੋਂ ਮੰਨਿਆ ਜਾਂਦਾ ਹੈ। ਵੇਦ 4 ਹਨ, ਰਿਗਵੈਦ, ਸਾਮਵੇਦ, ਅਥਰਵਵੇਦ ਅਤੇ ਯਜੁਰਵੇਦ। ਇਹਨਾਂ ਵਿੱਚੋਂ ਜਿਹੜਾ ਕੀ ਹੈ ਰਿਗਵੈਦ ਪ੍ਰਾਚੀਨ ਅਤੇ ਸ਼੍ਰੋਮਣੀ ਹੈ। ਦੇਖੋ ਰਿਗਵੈਦ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਅਤੇ ਇਹਨੂੰ ਸ਼੍ਰੋਮਣੀ ਕਿਹਾ ਜਾਂਦਾ, ਜਿਹਦੀ ਰਚਨਾ ਕੀ ਆ ਕਿ ਕਿਹਦੀ ਧਰਤੀ 'ਤੇ ਹੋਈ ਆ, ਪੰਜਾਬ ਦੀ ਧਰਤੀ 'ਤੇ ਹੋਈ ਹੈ। ਇਸ ਤਰ੍ਹਾਂ ਇਹ ਖੇਤਰ ਵੈਦਿਕ ਧਰਮ ਮੰਨਣ ਵਾਲਿਆਂ ਦਾ ਕੇਂਦਰ ਕਿਹਾ ਜਾਂਦਾ ਹੈ। ਅੱਗੇ ਹੈ ਇਸਲਾਮ ਧਰਮ ਦਾ ਜਿਹੜਾ ਸੀਗਾ ਪ੍ਰਸਾਰ। ਇਸਲਾਮ ਧਰਮ ਦਾ ਜਨਮ ਮੱਕਾ ਮਦੀਨਾ ਵਿੱਚ ਹੋਇਆ ਅਤੇ ਤੇਜ਼ੀ ਨਾਲ ਮੱਧ ਏਸ਼ੀਆ ਦੇ ਖੇਤਰਾਂ ਵਿੱਚ ਫੈਲ ਗਿਆ। ਇਹਨਾਂ ਦੇਸ਼ਾਂ ਤੋਂ ਮੁਸਲਿਮ ਹਮਲਾਵਰ, ਧਰਮ ਪ੍ਰਚਾਰਕ, ਵਪਾਰੀ, ਸੂਫੀ ਸੰਤ ਉੱਤਰ ਪੱਛਮੀ ਦਰਿਆ ਰਾਹੀਂ ਭਾਰਤ ਆਏ। ਮੁਸਲਿਮ ਹਮਲਾਵਰਾਂ ਨੇ ਪੰਜਾਬ 'ਤੇ ਆਪਣਾ ਅਧਿਕਾਰ ਕੀਤਾ ਅਤੇ ਇੱਥੋਂ ਦੇ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਜਿਹੜਾ ਸੀ ਮਜਬੂਰ ਵੀ ਕੀਤਾ ਸੀਗਾ। ਆਪਾਂ ਨੂੰ ਪਤਾ ਹੈ ਜਿਵੇਂ ਔਰੰਗਜ਼ੇਬ ਕਿਵੇਂ ਮਜਬੂਰ ਕਰ ਰਿਹਾ ਸੀਗਾ ਨਾ ਕਸ਼ਮੀਰ ਦੇ ਪੰਡਤਾਂ ਨੂੰ, ਉਹਦੇ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਦੀ ਸ਼ਹੀਦੀ ਦਿੱਤੀ ਸੀਗੀ, ਕਿਉਂਕਿ ਮੋਟਿਵ ਉਹਨਾਂ ਦਾ ਇਹ ਵੀ ਸੀਗਾ ਨਾਲ ਨਾਲ ਕਿ ਅਸੀਂ ਆਪਣੇ ਧਰਮ ਦਾ ਵੀ ਪ੍ਰਚਾਰ ਕਰੀਏ। ਹਿੰਦੂ ਜਾਤੀ ਦੇ ਕਠੋਰ ਰੀਤੀ ਰਿਵਾਜਾਂ ਅਤੇ ਜਾਤੀ ਭੇਦਭਾਵ ਕਾਰਨ ਜਿਹੜੀ ਸੀ ਨਿਮਨ ਜਾਤੀ ਦੇ ਬਹੁਤੇ ਲੋਕਾਂ ਨੇ ਇਸਲਾਮ ਧਰਮ ਨੂੰ ਅਪਣਾ ਲਿਆ ਸੀ। ਇਸ ਤਰ੍ਹਾਂ ਪੰਜਾਬ ਵਿੱਚ ਇਸਲਾਮ ਧਰਮ ਜਿਹੜਾ ਸੀ ਕਾਫੀ ਤੇਜ਼ੀ ਨਾਲ ਫੈਲਿਆ। ਅੱਗੇ ਹੈ ਸਿੱਖ ਧਰਮ ਦਾ ਜਨਮ। ਠੀਕ ਹੈ, ਜਿੱਥੇ ਹਿੰਦੂ ਧਰਮ ਸੀ ਉਹ ਤੋਂ ਬਾਅਦ ਮੁਸਲਿਮ ਧਰਮ ਦਾ ਪ੍ਰਚਾਰ ਹੋਣ ਲੱਗ ਗਿਆ ਅਤੇ ਉਹਦੇ ਵਿੱਚੋਂ ਹੀ ਇੱਕ ਨਵਾਂ ਧਰਮ ਜਿਹੜਾ ਸੀ ਉਤਪੰਨ ਹੋਇਆ ਸੀਗਾ, ਕਿਉਂਕਿ ਉਹਨਾਂ ਧਰਮਾਂ ਵਿੱਚ ਵੀ ਕੁਝ ਕਮੀਆਂ ਪਾਈਆਂ ਗਈਆਂ ਸੀ, ਤਾਂ ਉਹ ਸੀਗਾ ਸਿੱਖ ਧਰਮ। ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਦੇ ਲੋਕਾਂ 'ਤੇ ਕਈ ਤਰ੍ਹਾਂ ਦੇ ਅਤਿਆਚਾਰ ਕੀਤੇ। ਹਿੰਦੂ ਸਮਾਜ ਜਾਤੀ ਭੇਦ, ਕਰਮਕਾਂਡਾਂ ਅਤੇ ਪਖੰਡਾਂ ਦੀ ਜਿਹੜੀ ਸੀ ਭੇਟ ਚੜ੍ਹ ਚੁੱਕਾ ਸੀ। ਇਸ ਤਰ੍ਹਾਂ ਲੋਕਾਂ ਦਾ ਜੀਵਨ ਜਿਹੜਾ ਸੀ ਬਹੁਤ ਮੁਸ਼ਕਿਲ ਹੋ ਗਿਆ ਸੀ ਅਤੇ ਇਹ ਜ਼ਬਰ ਜ਼ੁਲਮ ਦੇ ਜਿਹੜੇ ਸੀਗੇ ਦੌਰ ਵਿੱਚ ਪੰਜਾਬ ਦੀ ਧਰਤੀ 'ਤੇ
ਮਹਾਨ ਕ੍ਰਾਂਤੀਕਾਰੀ ਮਹਾਂਪੁਰਖ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨੇ ਜਦੋਂ ਅਸੀਂ ਜਨਮ ਲਿਆ ਸੀ ਉਹਦੇ ਨਾਲ ਆਈ ਸੀਗੀ। ਅਤੇ ਕੀ ਜਿਹੜਾ ਸੀ ਚੇਂਜ ਹੋਇਆ ਸੀ, ਉਹਨਾਂ ਨੇ ਪ੍ਰਚਲਿਤ ਵਰਨ ਵੰਡ, ਕਰਮਕਾਂਡਾਂ, ਪਖੰਡਾਂ ਅਤੇ ਰਾਜਸੀ ਅਤਿਆਚਾਰਾਂ ਦਾ ਵਿਰੋਧ ਕੀਤਾ। ਉਹਨਾਂ ਨੇ ਸੰਸਾਰ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਅਤੇ ਸਿੱਖ ਧਰਮ ਦੀ ਸਥਾਪਨਾ ਕੀਤੀ। ਕਿਹਨੇ? ਗੁਰੂ ਨਾਨਕ ਦੇਵ ਜੀ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ 9 ਸਿੱਖ ਗੁਰੂਆਂ ਨੇ ਵੀ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ। ਅਤਿਆਚਾਰਾਂ ਵਿਰੁੱਧ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਨੇ ਜਿਹੜੇ ਸੀਗੇ ਉਹਨਾਂ ਨੇ ਆਪਣੇ ਬਲੀਦਾਨ ਦਿੱਤੇ ਅਤੇ ਪੰਜਾਬ ਜਿਹੜਾ ਸੀ ਸਿੱਖ ਧਰਮ ਨਾਲ ਜਿਹੜਾ ਸੀ ਬਹੁਤ ਜ਼ਿਆਦਾ ਤੇਜ਼ੀ ਨਾਲ ਪੰਜਾਬ ਵਿੱਚ ਵਿਕਸਿਤ ਹੋਣ ਲੱਗ ਗਿਆ ਸੀਗਾ। ਕਿਉਂਕਿ ਹੁਣ ਜਿਹੜੇ ਲਾਸਟ ਵਾਲੇ ਗੁਰੂ ਹੋਏ ਸੀ, ਜਿਵੇਂ ਗੁਰੂ ਗੋਬਿੰਦ ਸਾਹਿਬ ਜੀ ਹੋਏ ਸੀ, ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੇ ਜਿਹੜੀ ਕੀ ਸੀ ਧਰਮ ਦੀ ਰੱਖਿਆ ਕਰਨ ਲਈ ਤਲਵਾਰਾਂ ਵੀ ਜਿਹੜੀ ਸੀ ਚੱਕ ਲਈ ਸੀਗੀ। ਅੱਗੇ ਹੈ ਆਰਥਿਕ ਖੇਤਰ ਵਿੱਚ ਪ੍ਰਭਾਵ। ਹੁਣ ਜਿਹੜਾ ਹੈਗਾ ਕਿ ਇਕਨੋਮਿਕਲੀ ਹੈ ਨਾ ਪੰਜਾਬ ਦਾ ਜਿਹੜਾ ਸੀ ਕੀ ਕੰਡੀਸ਼ਨ ਸੀਗੀ, ਕੀ ਕਿੱਦਾਂ ਦਾ ਉਹ 'ਤੇ ਇਫੈਕਟ ਰਿਹਾ ਵਾ। ਪੰਜਾਬੀਆਂ ਦਾ ਮੁੱਖ ਕਿੱਤਾ ਜਿਹੜਾ ਸੀ ਖੇਤੀਬਾੜੀ ਸੀਗਾ। ਪੰਜਾਬ ਦਾ ਜ਼ਿਆਦਾਤਰ ਖੇਤਰ ਮੈਦਾਨੀ ਹੈ। ਇੱਥੇ ਸਾਰਾ ਸਾਲ ਵਗਦੀਆਂ ਨਦੀਆਂ ਰਾਹੀਂ ਲਿਆਂਦੀ ਗਈ ਮਿੱਟੀ ਨਾਲ ਬਣੇ ਮੈਦਾਨ ਬਹੁਤ ਹੀ ਉਪਜਾਊ ਹਨ। ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਇੱਥੇ ਕਣਕ, ਚਾਵਲ, ਕਪਾਹ, ਦਾਲਾਂ, ਮੱਕੀ, ਜੌਂ, ਛੋਲੇ, ਗੰਨਾ, ਤਿਲਹਣ ਅਤੇ ਸਰੋਂ ਦੀ ਖੇਤੀ ਕੀਤੀ ਜਾਂਦੀ ਹੈ। ਅਤੇ ਇੱਥੋਂ ਦੇ ਪਹਾੜੀ ਇਲਾਕਿਆਂ ਵਿੱਚ ਲੋਕ ਭੇਡਾਂ ਬੱਕਰੀਆਂ ਪਾਲਦੇ ਹਨ। ਅੱਗੇ ਹੈ ਵਿਦੇਸ਼ਾਂ ਨਾਲ ਵਪਾਰ। ਪੰਜਾਬ ਦੀ ਖੁਸ਼ਹਾਲੀ ਨੇ ਵਿਦੇਸ਼ੀ ਵਪਾਰੀਆਂ ਨੂੰ ਹਮੇਸ਼ਾ ਹੀ ਆਪਣੇ ਵੱਲ ਖਿੱਚਿਆ ਹੈ। ਉੱਤਰ ਪੱਛਮੀ ਪਰਬਤ ਲੜੀਆਂ ਵਿੱਚ ਸਥਿਤ ਦਰੇ ਪੰਜਾਬ ਨੂੰ ਮੱਧ ਏਸ਼ੀਆ ਨਾਲ ਜੋੜਦੇ ਸਨ। ਇਹ ਦਰੇ ਵਪਾਰਕ ਮਾਰਗ ਸਨ। ਇਹਨਾਂ ਦਰਿਆਂ ਨੂੰ ਭਾਰਤੀ ਅਤੇ ਵਿਦੇਸ਼ੀ ਵਪਾਰੀ ਜਿਹੜੇ ਸੀ ਮੱਧ ਮਾਰਗ ਵਾਂਗ ਇਸਤੇਮਾਲ ਕਰਦੇ ਸੀ ਅਤੇ ਉਹਨਾਂ ਦਰਿਆਂ ਨੂੰ ਹੀ ਪਾਰ ਕਰਕੇ ਕੀ ਸੀਗਾ ਕਿ ਉਹ ਵਪਾਰੀ ਜਿਹੜਾ ਸੀਗਾ ਪੰਜਾਬ ਨਾਲ ਆਪਣਾ ਵਪਾਰ ਕਰਦੇ ਸੀ, ਇੱਥੇ ਚੀਜ਼ਾਂ ਲੈ ਕੇ ਵੇਚਦੇ ਸੀ ਅਤੇ ਇੱਥੋਂ ਦਾ ਸਮਾਨ ਜਿਹੜਾ ਸੀ ਆਪਣੇ ਨਾਲ ਖਰੀਦ ਕੇ ਲੈ ਕੇ ਜਾਂਦੇ ਸੀ। ਇਸੇ ਲਈ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਨੇ ਮੱਧ ਏਸ਼ੀਆ ਨਾਲ ਚੰਗੇ ਵਪਾਰਕ ਸੰਬੰਧ ਜਿਹੜੇ ਰਹੇ ਸਨ। ਵਪਾਰਕ ਨਗਰਾਂ ਦਾ ਜਨਮ। ਆਪਣੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਜਿਹੜਾ ਸੀ ਵਪਾਰ ਦਾ ਵੱਡਾ ਕੇਂਦਰ ਬਣ ਗਿਆ। ਮੱਧਕਾਲ ਵਿੱਚ ਪੰਜਾਬ ਵਿੱਚ ਘਰੇਲੂ ਅਤੇ ਵਿਦੇਸ਼ੀ ਵਪਾਰ ਵਧਣ ਫੁੱਲਣ ਕਾਰਨ ਕਈ ਵੱਡੇ ਨਗਰ ਹੋਂਦ ਵਿੱਚ ਆਏ। ਇਹਨਾਂ ਵਿੱਚ ਲਾਹੌਰ, ਮੁਲਤਾਨ, ਪੇਸ਼ਾਵਰ, ਗੁਜਰਾਂਵਾਲਾ, ਅੰਮ੍ਰਿਤਸਰ, ਜਲੰਧਰ, ਹਿਸਾਰ ਅਤੇ ਫਿਰੋਜ਼ਪੁਰ ਜਿਹੜੇ ਸੀ ਪ੍ਰਮੁੱਖ ਮੰਨੇ ਜਾਂਦੇ ਸੀਗੇ ਵਪਾਰਕ ਨਗਰ। ਅੱਗੇ ਹੈ ਪੰਜਾਬ ਦੇ ਵੱਖ-ਵੱਖ ਧਰਾਤਲੀ ਸਰੂਪਾਂ, ਜਿਵੇਂ ਪਹਾੜਾਂ, ਮੈਦਾਨਾਂ, ਮਾਰੂਥਲ ਅਤੇ ਵੱਖ-ਵੱਖ ਨਦੀਆਂ ਨੇ ਇੱਥੋਂ ਦੇ ਲੋਕਾਂ ਦੇ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਪੱਖਾਂ ਨੂੰ ਇਤਿਹਾਸਿਕ ਰੂਪ ਤੋਂ ਪ੍ਰਭਾਵਿਤ ਕੀਤਾ ਹੈ। ਇਸ ਧਰਤੀ 'ਤੇ ਹਜ਼ਾਰਾਂ ਵਰ੍ਹਿਆਂ ਪਹਿਲਾਂ ਨਦੀਆਂ ਦੇ ਕੰਢਿਆਂ 'ਤੇ ਦੁਨੀਆ ਦੀ ਪੁਰਾਤਨ ਸਿੰਧੂ ਘਾਟੀ ਦੀ ਸੱਭਿਅਤਾ ਨੇ ਜਨਮ ਲਿਆ। ਭਿੰਨ-ਭਿੰਨ ਸਮਿਆਂ ਵਿੱਚ ਇਸ ਦੀਆਂ ਰਾਜਨੀਤਿਕ ਸੀਮਾਵਾਂ ਫੈਲਦੀਆਂ ਅਤੇ ਸੁੰਗੜਦੀਆਂ ਰਹੀਆਂ। ਇੱਥੋਂ ਦੀ ਖੁਸ਼ਹਾਲ ਧਰਤੀ ਨੇ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚਿਆ, ਜਿਸ ਨੂੰ ਇਸ ਦੇ ਸਮੁੱਚੇ ਇਤਿਹਾਸ ਨੂੰ ਜਿਹੜਾ ਸੀ ਉਹਨੇ ਪ੍ਰਭਾਵਿਤ ਕੀਤਾ ਸੀ। ਇਹਦੇ ਨਾਲ ਹੀ ਆਪਣਾ ਅੱਜ ਦਾ ਇਹ ਟੌਪਿਕ ਖ਼ਤਮ ਹੁੰਦਾ। ਲਾਸਟ 'ਤੇ ਆਪਾਂ ਇਸੇ ਟੌਪਿਕ ਵਿੱਚੋਂ ਜਿਹੜੇ ਇੰਪੋਰਟੈਂਟ ਫੈਕਟ ਦਿੱਤੇ ਹੋਏ ਆ ਉਹ ਦੇਖ ਲਈਏ। ਇਹੀ ਜਿਹੜੇ ਨੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਮੰਨੇ ਜਾਂਦੇ ਨੇ। ਸਭ ਤੋਂ ਪਹਿਲਾਂ ਹੈ ਜੀ 1849 ਈਸਵੀ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ। 1857 ਈਸਵੀ ਵਿੱਚ ਦਿੱਲੀ ਅਤੇ ਹਿਸਾਰ ਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਗਏ। 1901 ਈਸਵੀ ਵਿੱਚ ਪੰਜਾਬ ਪ੍ਰਾਂਤ ਵਿੱਚੋਂ ਉੱਤਰ ਪੱਛਮੀ ਸੀਮਾ ਪ੍ਰਾਂਤ ਜਿਹੜਾ ਸੀ ਬਣਾਇਆ ਗਿਆ ਸੀ ਕਰਜ਼ਨ ਦੁਆਰਾ। 1911 ਈਸਵੀ ਵਿੱਚ ਜਿਹੜਾ ਸੀ ਦਿੱਲੀ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ ਅਤੇ ਜਿਹੜੀ ਸੀ ਭਾਰਤ ਦੀ ਰਾਜਧਾਨੀ ਬਣਾ ਦਿੱਤਾ ਗਿਆ ਸੀ। 1947 ਈਸਵੀ ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਦੋ ਭਾਗਾਂ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਵੰਡਿਆ ਗਿਆ ਸੀ। 1 ਨਵੰਬਰ 1966 ਈਸਵੀ ਨੂੰ ਪੰਜਾਬ ਭਾਸ਼ਾ ਦੇ ਆਧਾਰ 'ਤੇ ਜਿਹੜਾ ਸੀ ਪੰਜਾਬ ਅਤੇ ਹਰਿਆਣਾ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਅਤੇ ਕੁਝ ਇਲਾਕਾ ਜਿਹੜਾ ਸੀ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਅੱਗੇ ਦੇਖਦੇ ਹਾਂ ਕੁਝ ਯਾਦ ਰੱਖਣ ਯੋਗ ਜਿਹੜੀਆਂ ਨੇ ਗੱਲਾਂ ਕਿਹੜੀਆਂ ਨੇ ਕਿ ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਦੋ ਸ਼ਬਦ ਪੰਜ ਅਤੇ ਆਪ ਦੇ ਸੁਮੇਲ ਤੋਂ ਬਣਿਆ ਹੈ। ਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਯੂਨਾਨੀਆਂ ਨੇ ਪੰਜਾਬ ਦਾ ਨਾਂ ਪੈਂਟਾਪੋਟਾਮੀਆ ਰੱਖਿਆ ਸੀ। ਪ੍ਰਾਚੀਨ ਕਾਲ ਵਿੱਚ ਪੰਜਾਬ ਵਿੱਚ ਟੱਕ ਕਬੀਲੇ ਦਾ ਸ਼ਾਸਨ ਸੀ, ਇਸ ਲਈ ਪੰਜਾਬ ਨੂੰ ਟੱਕੀ ਪ੍ਰਦੇਸ਼ ਕਿਹਾ ਜਾਂਦਾ ਸੀ। ਭਾਰਤ ਵਿੱਚ ਮੁਗਲ ਸਾਮਰਾਜ ਦੇ ਦੌਰਾਨ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ। 1849 ਈਸਵੀ ਵਿੱਚ ਅੰਗਰੇਜ਼ਾਂ ਨੇ ਪੰਜਾਬ ਦਾ ਨਾਂ ਜਿਹੜਾ ਸੀ ਪੰਜਾਬ ਪ੍ਰਾਂਤ ਰੱਖਿਆ।
ਭਾਰਤ ਦੀ ਵੰਡ ਸਮੇਂ ਪੰਜਾਬ ਦਾ ਜਿਹੜਾ ਭਾਗ ਭਾਰਤ ਦੇ ਹਿੱਸੇ ਆਇਆ ਉਸ ਨੂੰ ਪੂਰਬੀ ਪੰਜਾਬ ਕਿਹਾ ਜਾਣ ਲੱਗਾ ਅਤੇ ਜਿਹੜਾ ਪਾਕਿਸਤਾਨ ਦੇ ਹਿੱਸੇ ਆਇਆ ਉਹਨੂੰ ਪੱਛਮੀ ਪੰਜਾਬ ਕਿਹਾ ਜਾਣ ਲੱਗਿਆ। ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਪੰਜਾਬ ਵਿੱਚ ਕੁੱਲ 5 ਦੁਆਬੇ ਨੇ। ਬਾਹਰ ਦੁਆਬ ਦੇ ਇਲਾਕੇ ਨੂੰ ਕੀ ਕਿਹਾ ਜਾਂਦਾ? ਮਾਝਾ ਵੀ ਕਿਹਾ ਜਾਂਦਾ ਅਤੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਮੇਰਾ ਹੈਗਾ ਜਿਹੜਾ ਅੱਜ ਦਾ ਇਹ ਟੌਪਿਕ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ